ਬਿਨਾਂ ਭਾਗਾਂ ਤੋਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ।
ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ। ਬਿਨਾਂ ਭਾਗਾਂ ਤੋਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਤੇ ਬਾਦਸ਼ਾਹ ਕਹਿੰਦੇ ਹਨ, ਭਾਗ ਤੋਂ ਬਿਨਾਂ ਲੋਕ ਰੋਂਦੇ ਪਿੱਟਦੇ ਦੁਖੀ ਹੁੰਦੇ, ਬੇਚੈਨ ਹਨ। ਇਸ ਤਰ੍ਹਾਂ ਮਨ ਭੁੱਜਦੇ ਤੜਫਦੇ ਹਨ, ਜਿਵੇਂ ਭੱਠੀ ਵਿੱਚ ਦਾਣੇ ਭੁੱਜਦੇ। ਇਸੇ ਤਰ੍ਹਾਂ ਉਹਨਾਂ ਲੋਕਾਂ ਦੇ ਮਨ ਸੜਦੇ ਹਨ। ਉਹਨਾਂ ਲੋਕਾਂ ਦੇ ਮਨ ਠੰਡੇ ਹਨ ਜਿਹੜੇ ਸਤਸੰਗ ਰੂਪੀ ਮਾਨਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਹਨ ਬਾਣੀ ਦੇ। ਅਤੇ ਆਓ ਗੁਰੂ ਦੀ ਕਿਰਪਾ ਹੋਵੇ ਤਾਂ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਭਾਗਾਂ ਤੋਂ ਸਤਸੰਗ ਨਹੀਂ ਮਿਲਦਾ। ਕੱਲ ਆਪਨੇ ਸੁਣਿਆ ਸੀ, ਜਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ। ਬਿਨਾਂ ਭਾਗਾਂ ਤੋਂ, ਬਿਨੇ ਚੰਗੇ ਕਰਮਾਂ ਤੋਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਵੱਡੇ ਭਾਗਾਂ ਵਾਲਿਆਂ ਨੂੰ ਹੀ ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੇ ਸਾਧ ਸੰਗਤ ਦੇ ਦਰਸ਼ਨ ਹੁੰਦੇ ਹਨ। ਆਓ ਗੁਰਮੁਖ ਪ੍ਰਾਣੀ ਧਨ ਹਨ, ਜਿਹੜੇ ਆਪਣੇ ਕਾਰਾਂ ਵਿਹਾਰਾਂ ਨੂੰ ਛੱਡ ਕੇ ਗਰਮੀ ਦੇ ਵਿੱਚ ਇਹ ਸੱਚਖੰਡ ਦਾ ਆਨੰਦ ਮਾਣਨ ਵਾਸਤੇ, ਗੁਰੂ ਦੇ ਚਰਨਾਂ ਦਾ ਆਨੰਦ ਮਾਣਨ ਵਾਸਤੇ ਸੱਚਖੰਡ ਦਰਬਾਰ ਵਿੱਚ ਬੈਠੇ ਹੋ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਬੱਚਿਆਂ ਦੇ ਰੌਲੇ ਤੋਂ ਖਿਆਲ ਰੱਖਣਾ ਹੈ, ਸੁਰਤਾਂ ਜੋੜਨੀਆਂ, ਚੌਂਕੜਾ ਮਾਰ ਕੇ ਸਿੱਧੇ ਹੋ ਕੇ ਬੈਠਣਾ, ਤੁਹਾਨੂੰ ਪਤਾ ਨਾ ਲੱਗੇ ਟਾਈਮ ਕੀ ਹੋ ਗਿਆ, ਕਿੱਥੇ ਬੈਠੇ ਹਾਂ, ਕੀ ਟਾਈਮ ਹੈ, ਦੇਸ਼ ਕਾਲ ਭੁੱਲ ਜਾਣਾ। ਦਰਸ਼ਨ ਕਰਨ ਦੇ ਨਾਲ ਗੁਰੂ ਦੇ ਸੁਧ ਕੀਨਾ ਸੁਧ ਰਹੀ, ਬੁੱਧ ਕੀਨਾ ਬੁੱਧ ਰਹੀ, ਮਤ ਮੇਰਾ ਮਤ ਹੈ। ਸੁਧ ਬੁੱਧ ਭੁੱਲ ਜਾਣੀ, ਅਗਰ ਟਿਕਾਣੇ ਨਾ ਰਹਿਣੀ। ਮਤ ਮੇਰਾ ਮਤ ਹੈ, ਮਤ ਜਿਹੜੀ ਉਹ ਨਾਸ ਹੋ ਜਾਣੀ, ਪਤਾ ਨਹੀਂ ਲੱਗਣਾ, ਸੋਝੀ ਭੁੱਲ ਜਾਣੀ, ਬਸ ਇਹੀ। ਇਹ ਦਰਸ਼ਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਗੁਰੂ ਦੇ ਦਰਸ਼ਨ ਕੀਤਿਆਂ ਮਨ ਗਦ-ਗਦ ਹੋ ਜਾਣਾ, ਖੁਸ਼ ਹੋ ਜਾਣਾ, ਅੰਦਰ ਇੱਕ ਖੇੜਾ ਆ ਜਾਣਾ, ਖੁਸ਼ੀ ਆ ਜਾਣੀ, ਪਤਾ ਨਹੀਂ ਲੱਗਣਾ ਕਿੱਥੇ ਬੈਠੇ, ਕੀ ਟਾਈਮ ਹੋ ਗਿਆ। ਇਤਨੀ ਬਿਰਤੀ ਇਕਾਗਰ ਹੋਵੇ, ਜੇ ਸਰੀਰ ਕਰਕੇ ਇੱਥੇ ਬੈਠੇ ਹੋਈਏ, ਮਨ ਕਰਕੇ ਘਰ ਦੇ ਧੰਦੇ ਕਰੀ ਜਾਈਏ, ਹੋਣੇ ਤਾਂ ਹੈ ਨਹੀਂ। ਕਲਪਨਾ ਹਵਾਈ ਘੋੜੇ ਹਨ, ਮਨ ਬੇਚੈਨ ਹੁੰਦਾ ਹੈ। ਤਾਂ ਤੇ ਆਓ, ਜਦ ਬੈਠਣਾ ਹੈ, ਦੇਸ਼ ਕਾਲ ਵਿਸਾਰ ਕੇ ਪਿਛਲੀਆਂ ਅਗਲੀਆਂ ਗੱਲਾਂ ਸੁਰਤਾਂ ਨੂੰ ਟਿਕਾ ਕੇ ਕਿਸੇ ਐਸੇ ਰੰਗ ਦੇ ਵਿੱਚ, ਆਨੰਦ ਵਿੱਚ ਜੁੜ ਜਾਣਾ ਹੈ, ਜਿਹੜਾ ਆਨੰਦ, ਜਿਹੜਾ ਰੰਗ ਕੁਛ ਗੁਰੂ ਨੂੰ ਪ੍ਰਾਪਤ ਹੋਇਆ, ਉਹ ਸਿੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਤਾਂ ਹੀ ਸਿੱਖ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਸੰਸਾਰ ਦੇ ਝੂਠੇ ਪਦਾਰਥਾਂ ਦੇ ਰੰਗ ਉਤਾਰ ਕੇ, ਜੋ ਆਪ ਦਾ ਲਾਲ ਰੰਗ ਆ ਨਾ, ਨਾਮ ਦਾ ਲਾਲ ਰੰਗ ਤਿਸ ਕੋ ਲੱਗਾ, ਜਿਸਕੇ ਵਡ ਭਾਗਾ। ਵੱਡੇ ਭਾਗਾਂ ਵਾਲਿਆਂ ਨੂੰ ਲਾਲ ਗੂੜਾ ਰੰਗ ਚੜ੍ਹਦਾ ਨਾਮ ਦਾ, ਬਾਣੀ ਦਾ। ਕੋਈ ਉਹ ਅਵਸਥਾ, ਕਹਿ ਅਵਸਥਾ ਪ੍ਰਾਪਤ ਹੁੰਦੀ ਹੈ, ਜਿੱਥੇ ਸੰਸਾਰ ਦਾ ਚੱਕਰ ਚੱਲਦਾ, ਦੁਨੀਆ ਭੁੱਲ ਜਾਂਦੀ ਹੈ, ਇੱਕ ਪਰਮਾਤਮਾ ਦਾ ਆਨੰਦ ਹੀ ਆਨੰਦ, ਖੁਸ਼ੀ ਖੇੜਾ ਹੀ ਰਹਿ ਜਾਂਦਾ। ਦੁਨੀਆ ਨੂੰ ਭੁੱਲਣਾ ਹੈ, ਪਰਮਾਤਮਾ ਨੂੰ ਜਾਪਦੀ ਜੋਤ ਹਾਜ਼ਰਾ ਹਜ਼ੂਰ ਜਾਣ ਕੇ। ਹਾਜ਼ਰਾ ਹਜ਼ੂਰ ਹੈ ਕਿ ਜ਼ਹਰਾ ਜ਼ਰੂਰ ਹੈ, ਉਹਦਾ ਸਾਰੇ ਜ਼ਰੂਰ, ਸਾਰੇ ਪ੍ਰਕਾਸ਼ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਲ ਸਾਜੇ ਕਰ ਆਸਨ ਜਿਠੋ ਚਾਓ। ਦਾਤਾ ਕਰਤਾ ਤੂੰ ਤੁਸ ਦੇਵੇ ਕਰੇ ਤੁਸਾਓ, ਤੂੰ ਜਾਣੋਈ ਸਭ ਤੇ ਦੇ ਲੈ ਸੇ ਜਿੰਦ ਕੋ ਆਓ, ਕਰ ਆਸਨ ਜਿਠੋ ਚਾਓ।
ਪਰਮਾਤਮਾ ਨੂੰ ਅਸੀਂ ਲੱਭੀਏ ਸੱਚਖੰਡ ਵਿੱਚੋਂ, ਪਤਾਲ ਵਿੱਚੋਂ ਜਾਂ ਹੋਰ ਕਿਸੇ ਚੀਜ਼ ਤੋਂ ਨਹੀਂ ਪ੍ਰਾਪਤ ਹੋਣਾ। ਸਾਨੂੰ ਰੱਬੀ ਬਾਣੀ, ਧੁਰ ਕੀ ਬਾਣੀ ਦੱਸਦੀ ਹੈ ਗੁਰਸਿੱਖ, ਜੇ ਤੂੰ ਗੁਰੂ ਦੇ ਰੱਬ ਦੇ ਦਰਸ਼ਨ ਕਰਨੇ ਹਨ ਤਾਂ ਸੰਗਤ ਵਿੱਚ ਆ ਜਾ। ਨਾਰਦ ਮੁਨੀ ਦੇ ਮਨ ਵਿੱਚ ਇੱਛਾ ਹੋਈ ਭਗਵਾਨ ਦੇ ਦਰਸ਼ਨ ਕਰਨ ਦੀ। ਕੋਈ ਕਹਿੰਦਾ ਵਿਕੁੰਠ ਵਿੱਚ ਹੈ, ਕੋਈ ਕਹਿੰਦਾ ਪਤਾਲ ਵਿੱਚ ਹੈ, ਕੋਈ ਕਹਿੰਦਾ ਖੀਰ ਸਮੁੰਦਰ ਵਿੱਚ ਹੈ, ਕੋਈ ਸ਼ੇਸ਼ਨਾਗ ਦੀ ਸੇਜਾ ਤੇ। ਜਗਨਨਾਥ ਦਾ ਮੰਦਰ, ਦਵਾਰਕਾ, ਕੇਦਾਰਨਾਥ, ਸਾਰੇ ਤੀਰਥਾਂ ਤੇ ਫਿਰਿਆ। ਭਗਵਾਨ ਦੇ ਦਰਸ਼ਨ ਨਾ ਹੋਏ, ਉਦਾਸ ਹੋ ਕੇ ਬੈਠ ਗਿਆ, ਹਰੀ ਜਸ ਵਿੱਚ ਜੁੜ ਗਿਆ। ਜਦ ਨੇਤਰ ਖੁੱਲੇ, ਭਗਵਾਨ ਸਰਗੁਣ ਰੂਪ ਦੇ ਸਾਹਮਣੇ ਬੈਠੇ। ਨਮਸਕਾਰ ਕੀਤੀ, ਖੁਸ਼ੀ ਦੀ ਹੱਦ ਨਾ ਰਹੀ। ਕੁਝ ਚਿਰ ਵਾਸਤੇ ਇਤਨੀ ਖੁਸ਼ੀ ਨੂੰ ਖੜਾ ਹੋ ਗਿਆ ਦਰਸ਼ਨ ਕਰਕੇ। ਨੇਤਰ ਦੇ ਦਿਲ ਉਛਲਦਾ ਹੈ, ਪਾਣੀ ਬਣ ਬਣ ਨਿਕਲਦਾ ਹੈ। ਕੁਝ ਚਿਰ ਤੋਂ ਬਾਅਦ ਦਰਸ਼ਨ ਕਰਕੇ ਸੁਧ ਬੁੱਧ ਠੀਕ ਹੋਈ। ਬੇਨਤੀ ਕੀਤੀ, ਭਗਵਾਨ ਨਾ ਤੂੰ ਘਾਟਾ ਨਾ ਘਾਟਦਾ, ਤੇਰੇ ਜਿੰਨੇ ਥਾਂ ਮੰਨੇ ਹਾਂ, ਖੀਰ ਸਮੁੰਦਰ, ਸ਼ੇਸ਼ਨਾਗ ਦੀ ਸੇਜਾ, ਵਿਕੁੰਠ ਧਾਮ, ਕੋਈ ਤੀਰਥ ਨਹੀਂ ਛੱਡਿਆ, ਤੇਰੇ ਕਿਤੇ ਦਰਸ਼ਨ ਨਹੀਂ ਹੋਏ। ਤੁਸੀਂ ਵਸਦੇ ਕਿੱਥੇ ਹੋ, ਇਹ ਤਾਂ ਕਿਰਪਾ ਕਰਕੇ ਦੱਸੋ। ਉਸ ਸਮੇਂ ਭਗਵਾਨ ਹੱਸ ਕੇ ਕਹਿਣ ਲੱਗਾ, ਨਾਰਦ ਤੇਰੀ ਢੂੰਡ ਗਲਤ ਸੀ। ਨਾ ਮੈਂ ਵਿਕੁੰਠਾਂ ਦੇ ਵਿੱਚ ਵਸਦਾ ਹਾਂ, ਨਾ ਮੈਂ ਖੀਰ ਸਮੁੰਦਰ ਵਿੱਚ, ਨਾ ਸ਼ੇਸ਼ਨਾਗ ਦੀ ਸੇਜਾ ਤੇ, ਨਾ ਕਿਤੇ ਤੀਰਥਾਂ ਤੇ। ਜੇ ਮੈਨੂੰ ਲੱਭਣਾ, ਮੇਰੇ ਦਰਸ਼ਨ ਕਰਨੇ ਹਨ, ਤਾਂ ਜਿੱਥੇ ਸਤਸੰਗ ਮੇਰਾ ਜਸ ਹੁੰਦਾ, ਮੇਰਾ ਕੀਰਤਨ ਹੁੰਦਾ ਹੈ, ਜੇ ਕੀਰਤਨ ਤੇਰਾ ਸਾਧੂ ਗਾਵੇ ਤੈਂ ਮੇਰਾ ਮਨ ਲਾਗੇ। ਜਿੱਥੇ ਰੱਬ ਦੇ ਪਿਆਰੇ ਮਿਲ ਕੇ ਹਰੀ ਜਸ ਕੀਰਤਨ ਕਰਦੇ ਹਨ, ਉੱਥੇ ਮੇਰੇ ਦਰਸ਼ਨ ਹੁੰਦੇ ਹਨ ਸੰਗਤ ਵਿੱਚੋਂ। ਮੇਰਾ ਕੋਈ ਰੂਪ ਰੇਖ ਰੰਗ ਨਹੀਂ, ਸਿਰਫ ਤੇਰੀ ਭਾਵਨਾ ਕਰਕੇ ਮੈਨੂੰ ਆਹ ਰੂਪ ਧਾਰ ਕੇ ਦਰਸ਼ਨ ਕਰਨੇ ਪਏ। ਇਹ ਦਿੱਤੇ ਹਨ ਕਿਉਂ ਤੇਰੀ ਇੱਛਾ ਸੀ ਸਰਗੁਣ ਰੂਪ ਦੀ, ਪਰ ਵਾਸਤਵ ਵਿੱਚ ਮੇਰਾ ਕੋਈ ਰੂਪ ਨਹੀਂ। ਭਗਤਾਂ ਦੀ ਇੱਛਾ ਪੂਰੀ ਕਰਨ ਵਾਸਤੇ ਮੈਂ ਉਹੋ ਜਿਹਾ ਸਰੀਰ ਧਾਰਨ ਕਰ ਲੈਂਦਾ ਹਾਂ। ਜੇ ਮੈਨੂੰ ਲੱਭਣਾ ਹੈ, ਮੇਰਾ ਸਰਗੁਣ ਰੂਪ ਹੈ। ਸਾਧ ਸੰਗਤ, ਜੇ ਅੱਗੇ ਨੂੰ ਮੇਰੇ ਦਰਸ਼ਨ ਕਰਨੇ, ਸਾਧ ਸੰਗਤ ਵਿੱਚ ਜੁੜ ਕੇ ਹਰੀ ਜਸ ਦੇ ਵਿੱਚ ਜੁੜ ਜਾ। ਸੁਰਤ ਟਿਕਾ, ਜਿਹੜਾ ਅੰਦਰ ਖੇੜਾ ਖੁਸ਼ੀ ਆਊਗੀ, ਆਨੰਦ ਹੋਊਗਾ, ਉਹ ਮੇਰੇ ਦਰਸ਼ਨ ਹਨ, ਉਹ ਆਨੰਦ ਖੇੜਾ ਮੇਰਾ ਹੈ। ਅਸਲ ਵਾਸਤਵ ਵਿੱਚ ਤਾਂ ਜਿਤਨੀ ਵੀ ਕਿਸੇ ਰਸ, ਆਨੰਦ, ਖੁਸ਼ੀ ਆ, ਉਹ ਪਰਮਾਤਮਾ ਦੀ ਆ। ਮਨੁੱਖ ਭੋਜਨ ਛਕਦਾ ਹੈ, ਪਰ ਰਸ ਕੋਈ ਨਹੀਂ। ਜਿਵੇਂ ਪਸ਼ੂ ਕੋ ਡੰਗਰ ਪੱਠੇ ਪੇਟ ਭਰਦਾ ਨਾ, ਮਨ ਟਿਕਾ ਚ ਨਹੀਂ ਹੁੰਦਾ, ਸਿਰਫ ਢਿੱਡ ਭਰਨ ਦਾ ਹੀ ਮਤਲਬ ਹੁੰਦਾ। ਉਪਨਿਸ਼ਦਾਂ ਦੇ ਵਿੱਚ ਜਾਂ ਟੀਕਾ ਹੋਇਆ ਇੰਗਲਿਸ਼ ਦੇ ਵਿੱਚ ਤੇ ਲਿਖਿਆ ਸੀ ਫੂਡ ਇਜ਼ ਗੋਡ, ਕਿ ਫੂਡ ਭੋਜਨ ਹੀ ਗੋਡ ਰੱਬ ਹੈ। ਉਹ ਲੋਕ ਇਹ ਗੱਲ ਸੁਣ ਕੇ ਚੌਂਕ ਉੱਠੇ ਕਿ ਫੂਡ ਭੋਜਨ ਰੱਬ ਹੈ, ਗੋਡ ਹੈ। ਪਰ ਉਹਨਾਂ ਨੂੰ ਕਿਹੜਾ ਸਮਝਾਵੇ ਜਿਹੜਾ ਫੂਡ ਭੋਜਨ ਵਿੱਚ ਰਸ ਆ ਰਿਹਾ, ਭੋਜਨ ਵਿੱਚ ਦਾ ਨਹੀਂ। ਜਿੱਥੇ ਵੀ ਕਿਤੇ ਰਸ ਹੈ, ਕਿਸੇ ਪਦਾਰਥ ਵਿੱਚ ਆਉਂਦਾ, ਕੀਰਤਨ ਵਿੱਚ ਆਉਂਦਾ। ਕਈ ਵਾਰ ਕਹਿੰਦਾ ਅੱਜ ਕੀਰਤਨ ਦਾ ਬੜਾ ਆਨੰਦ ਆਇਆ। ਕੀਰਤਨ ਤਾਂ ਅੱਗੇ ਵੀ ਸੁਣਦਾ ਸੀ, ਪਰ ਆਨੰਦ ਨਹੀਂ ਸੀ।
ਆਨੰਦ ਹੈ ਮਨ ਦੀ ਖੁਸ਼ੀ, ਮਨ ਦਾ ਖੇੜਾ, ਪਰ ਮਨ ਤਾਂ ਟਿਕਾ ਵਿੱਚ ਨਾ। ਜਦ ਮਨ ਟਿਕਦਾ ਉਦੋਂ ਕਹਿੰਦਾ ਅੱਜ ਕੀਰਤਨ ਦਾ ਆਨੰਦ ਹੈ, ਇੰਨੀ ਸੁਰਤ ਜੋੜੀ ਉੱਠਣ ਨੂੰ ਚਿੱਤ ਨਹੀਂ ਕਰਦਾ। ਤਾਂ ਤੇ ਜਿਤਨਾ ਦੁਨੀਆ ਵਿੱਚ ਆਨੰਦ ਹੈ, ਖੇੜਾ ਹੈ, ਖੁਸ਼ੀ ਹੈ, ਉਹ ਹੈ ਪਰਮਾਤਮਾ ਦੀ ਮੇਰੀ। ਜਦ ਸੰਗਤ ਵਿੱਚ ਜੁੜ ਕੇ ਬੈਠ ਜਾਵਾਂਗਾ, ਅਗਲੀਆਂ ਪਿਛਲੀਆਂ ਗੱਲਾਂ ਭੁਲਾ ਕੇ, ਪਿਛਲੀਆਂ ਗੱਲਾਂ ਯਾਦ ਨਹੀਂ ਕਰਨੀਆਂ, ਲੰਘ ਗਈਆਂ, ਅਗਲੀਆਂ ਦਾ ਪਤਾ ਨਹੀਂ, ਜਿਹੋ ਜਿਹੀ ਆਓ ਜੰਮਣ ਜਾਣੀਆਂ। ਅਗਲੀਆਂ ਯਾਦ ਨਹੀਂ ਕਰਨੀਆਂ, ਵਰਤਮਾਨ ਵਿੱਚ ਸੁਰਤ ਰੱਖਣੀਆਂ। ਬਾਣੀ ਦੇ ਨਾਲ ਜੁੜਨਾ, ਨਾਮ ਦੇ ਨਾਲ ਜੁੜਨਾ ਹੈ, ਤਾਂ ਮੈਨੂੰ ਸੰਗਤ ਵਿੱਚੋਂ ਹੀ ਪ੍ਰਾਪਤ ਕਰ ਸਕੇਗਾ, ਸੰਗਤ ਵਿੱਚੋਂ ਹੀ ਮੈਨੂੰ ਢੂੰਢ ਸਕੇਗਾ। ਹੋਰ ਕਿਤੇ ਬਾਹਰ ਭਰਨਾ ਬੇਸਮਝੀ ਹੈ, ਅਣਜਾਣਪੁਣਾ ਹੈ। ਕਿਉਂ ਜਹ ਜਾਈਏ ਤੈਂ ਜਲ ਭੁੱਖਾਂ। ਤੀਰਥਾਂ ਦੇ ਕਿਤੇ ਚਲੇ ਜਾਓ ਤੁਸੀਂ, ਜਾਂ ਚੰਗੇ ਮੰਦਰ ਇੱਟਾਂ ਲੱਗੀਆਂ ਹੋਣਗੀਆਂ ਕਿਸੇ ਕਿਸੇ ਚੰਗੀ ਸਜਾਵਟ ਵਿੱਚ ਬਣਾਈਆਂ ਕਾਰੀਗਰ ਦੀਆਂ, ਜਾਂ ਜਲ ਸਰੋਵਰ ਹੋਊਗਾ, ਹੋਰ ਤਾਂ ਕੁਛ ਨਹੀਂ। ਨਾਵਨ ਕੋ ਤੀਰਥ ਧਨੇ ਮਨ ਬੋਰਾ ਰੇ, ਪੂਜਨ ਕੋ ਬਹੁ ਦੇਵ। ਕਹੋ ਕਬੀਰ ਛੂਟਣ ਨਹੀਂ ਮਨ ਬੋਰਾ ਰੇ, ਛੂਟਣ ਹਰ ਕੀ ਸੇਵ। ਜਿੰਨਾ ਮਰਜੀ ਸਰੋਵਰਾਂ ਵਿੱਚ ਚੁੰਗੀਆਂ ਮਾਰੀ ਜਾ, ਤੀਰਥਾਂ ਤੇ ਭਟਕੀ ਜਾ, ਪਰ ਜਿੰਨਾ ਚਿਰ ਤੂੰ ਅੰਦਰਲੇ ਤੀਰਥਾਂ ਤੇ ਇਸ਼ਨਾਨ ਨਹੀਂ ਨਾ ਕਰਦਾ, ਸਾਜ ਤਾਂ ਪ੍ਰਜਾਣੀ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸਾਡੇ ਅੰਦਰ ਇੱਕ ਇਹੋ ਜਿਹਾ ਮਾਨ ਸਰੋਵਰ ਹੈ, ਪਰ ਅਸੀਂ ਬਾਹਰ ਭਟਕਦੇ ਫਿਰਦੇ ਬਾਹਰਲੇ ਸਰੋਵਰਾਂ 'ਚ। ਕਦੇ ਕਿਤੇ ਪਹਾੜ ਨੂੰ ਭੱਜ ਲਏ, ਕਦੇ ਕਿਤੇ ਭੱਜ ਲਏ, ਮਨ ਟਿਕਾ ਨਹੀਂ। ਓਨਾ ਹੀ ਭਟਕਣਾ ਹੈ। ਬਾਜੇ ਲੋਕ ਤੀਰਥਾਂ ਤੇ ਜਾ ਕੇ ਨਸ਼ੇ ਛੱਡੇ, ਉੱਥੇ ਜਾ ਕੇ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉੱਥੇ ਪੁਜਾਰੀਆਂ ਦੀ ਹਾਲਤ ਦੇਖ ਕੇ ਸ਼ਰਧਾ ਟੁੱਟ ਜਾਂਦੀ ਹੈ। ਤਾਂ ਤੇ ਕੋਈ ਗੁਰਮੁਖ ਆ ਜਿਹੜਾ ਤੀਰਥਾਂ ਤੇ ਜਾ ਕੇ ਲਾਭ ਲੈ ਸਕਦਾ ਹੈ, ਨਹੀਂ ਤਾਂ ਬਹੁਤ ਸ਼ਰਧਾ ਤੋੜ ਕੇ ਆਉਂਦੇ ਹਨ। ਜਿਹੜੀ ਪਹਿਲੀ ਸ਼ਰਧਾ ਹੁੰਦੀ ਆ ਨਾ ਵੀ ਫਲਾਣੇ ਤੀਰਥ ਇੰਨਾ ਮਹਾਤਮਾ ਦਰਸ਼ਨ ਕਰਨ ਦਾ, ਜਦ ਜਾ ਕੇ ਦੇਖਦਾ ਹੈ ਉੱਥੇ ਦੇ ਲੋਕਾਂ ਦੀ ਹਾਲਤ, ਪੁਜਾਰੀਆਂ ਦੀ ਹਾਲਤ, ਕਹਿੰਦਾ ਕਾਹਨੂੰ ਆਉਣਾ ਸੀ, ਉੱਥੇ ਸ਼ਰਧਾ ਬਣ ਗਈ, ਸਗੋਂ ਸ਼ਰਧਾ ਟੁੱਟ ਦੇਖ ਕੇ। ਤੀਰਥਾਂ ਦੇ ਵਸਣ ਵਾਲੇ ਗੰਗਾ ਦੇ ਪਾਂਡੇ ਠੰਡੀਆਂ ਕਰ ਬੋਤਲਾਂ ਪੀਂਦੇ ਹਨ। ਕੀ ਸ਼ਰਧਾ ਰਹਿ ਜੂ ਫਿਰ ਸਤਸੰਗੀ ਦੀ, ਤੇ ਗੰਗਾ ਦੀ ਸ਼ਰਧਾ ਰਹਿ ਜੂਗੀ, ਟੁੱਟ ਜਾਂਦੀ ਹੈ। ਕੁੰਭ ਦਾ 12 ਸਾਲ ਬਾਅਦ ਮੇਲਾ ਲੱਗਦਾ, 6 ਸਾਲ ਬਾਅਦ ਕੁੰਭੀ ਲੱਗਦੀ ਹੈ। ਸਾਰਾ ਹਿੰਦੁਸਤਾਨ ਇਕੱਠਾ ਹੁੰਦਾ ਹੈ। 12 ਸਾਲ ਬਾਅਦ ਜਦ ਕੁੰਭ ਦਾ ਮੇਲਾ ਲੱਗਦਾ, ਪਾਰਵਤੀ ਕਹਿਣ ਲੱਗੀ ਮਹਾਰਾਜ ਸ਼ਿਵ ਜੀ ਨੂੰ, ਮਹਾਰਾਜ ਆ ਜਿਤਨੇ ਲੋਕ ਕਰੋੜਾਂ, ਸਾਰਾ ਹਿੰਦੁਸਤਾਨ ਇਕੱਠਾ ਹੋਇਆ ਇੱਥੇ, ਕੀ ਗੰਗਾ ਵਿੱਚ ਇਸ਼ਨਾਨ ਕਰਕੇ ਸਾਰੇ ਮੁਕਤ ਹੋ ਜਾਣਗੇ? ਗੰਗਾ ਦਾ ਬੜਾ ਮਹਾਤਮ ਮੰਨਿਆ ਕਿ ਮੁਕਤ ਹੋ ਜਾਣਗੇ। ਸ਼ਿਵ ਜੀ ਮਹਾਰਾਜ ਕਹਿਣ ਲੱਗੇ ਲੋਈ ਨਹੀਂ, ਇਹ ਲੋਕ ਅੱਧੇ ਤਾਂ ਤਮਾਸ਼ਾ ਦੇਖਣ ਵਾਸਤੇ ਆਏ ਹਨ, ਅੱਧੇ ਤਾਂ ਪਿਕਨਿਕ ਕਰਨ ਵਾਸਤੇ ਆਏ ਹਨ, ਕੁਝ ਰੂਪ ਰੰਗ ਰੁੱਖ ਦੇਖਣ ਵਾਸਤੇ ਆਏ ਹਨ। ਪਰ ਸ਼ਰਧਾ ਵਾਲਾ ਤਾਂ ਇੱਕ ਅੱਧਾ ਕਰੋੜਾਂ ਵਿੱਚੋਂ ਹੀ ਜਗਨਾ ਉਤਮ ਕਾਢੀਏ ਵਿਰਲੇ ਕੇ ਇੱਕ ਅੱਧਾ। ਕਹਿੰਦੀ ਮਹਾਰਾਜ ਮੈਨੂੰ ਤਾਂ ਨਿਸ਼ਚਾ ਨਹੀਂ ਆਉਂਦਾ ਵੀ ਗੰਗਾ ਦਾ ਮਹਾਤਮ ਮੰਨਿਆ ਵੀ ਇਹ ਸਾਰੇ ਮੁਕਤ ਹੋ ਜਾਣਗੇ। ਕਹਿਣ ਲੱਗੇ ਤੇਰੇ ਮਨ ਦਾ ਭਰਮ ਹਾਂ, ਪਰ ਇੱਕ ਅੱਧਾ ਹੀ ਮੁਕਤ। ਇਹ ਕਰੋੜਾਂ ਦੇ ਇਕੱਠ ਜਿਹੜੇ ਆ ਮੇਲਾ ਦੇਖਣ ਆਏ ਆ, ਕੋਈ ਤੀਰਥਾਂ ਦਾ ਇਸ਼ਨਾਨ ਨਹੀਂ। ਦੇਖੋ ਦੇਖੀ ਆ, ਇਕੱਠ ਬਹੁਤ ਹੁੰਦੇ ਆ, ਝਾੜ ਕੇ ਚਲੇ ਜਾਂਦੇ ਆ, ਪੱਲੇ ਕੋਈ ਨਹੀਂ ਬਣਦਾ।
ਜਿਹੜਾ ਹਿਰਦੇ ਵਿੱਚ ਵਸਾਉਂਦਾ ਹੈ ਤਰਦਾ ਉਹ ਆ। ਕਹਿਣ ਲੱਗੀ ਮਹਾਰਾਜ ਪਤਾ ਕਿਵੇਂ ਲੱਗੇ? ਕਹਿੰਦੇ ਦਿਖਾ ਦਿੰਦੇ ਆ। ਰਸਤੇ ਵਿੱਚ ਇੱਕ ਬਿਰਧ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਬੈਠ ਗਏ ਸ਼ਿਵ ਜੀ। ਬਹੁਤ ਬਿਰਧ ਬ੍ਰਾਹਮਣ। ਕਹਿਣ ਲੱਗੇ ਇੱਕ ਮਾਤਾ ਨੂੰ ਬਣਾ ਲਿਆ, ਇੱਕ ਸੁੰਦਰ ਜਵਾਨ ਨੌਜਵਾਨ 16 ਸਾਲ ਦੀ ਲੜਕੀ ਦਾ ਰੂਪ ਬਹੁਤ ਸੁੰਦਰ। ਜਿਹੜਾ ਟੋਲਾ ਆਵੇ ਕਹਿਣ ਲੱਗੀ ਵੇ ਭਰਾਵੋ ਵੇ ਵੀਰੋ, ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ। ਅੱਜ ਕੁੰਭ ਦਾ ਮੇਲਾ ਹੈ, ਮੇਘ ਦਾ ਸੰਗਰਾਮ ਦਾ ਮਹਾਨ ਮਹਾਤਮ ਹੈ। ਮੇਰਾ ਬਿਰਧ ਪਤੀ ਜਾ ਨਹੀਂ ਸਕਦਾ, ਇੱਥੇ ਕੋਈ ਚੱਕ ਕੇ ਛੱਡ ਗਿਆ। ਹੁਣ ਗਾਂ ਤੁਸੀਂ ਇਹਨੂੰ ਲੈ ਚੱਲੋ, ਇਸ਼ਨਾਨ ਕਰਾ ਦੇ, ਰੱਜ ਭਲਾ ਹੋ ਜਾਵੇ। ਜਿਹਨੂੰ ਕਹੇ ਉਹ ਲੜਕੀ ਨੂੰ ਦੇਖ ਕੇ ਸੁੰਦਰ ਜਵਾਨ ਲੜਕੀ ਨੂੰ ਪਾਗਲੇ ਕਮਲੀਏ ਪਾਗਲੇ ਬੜੇ ਤੋਂ ਕੀ ਲੈਣਾ, ਚੱਲ ਸਾਡੇ ਇੰਨੇ ਕੁ ਪੱਕੀਆਂ ਕੋਠੀਆਂ ਛੱਡ, ਖੜਾ ਛੱਡ ਇਹਨੂੰ, ਪਰੇ ਦੇ ਧੱਕਾ। ਜਿਹੜਾ ਟੋਲਾ ਆਵੇ ਸਤਸੰਗੀਆਂ ਦਾ ਸਭ ਨੂੰ ਹੱਥ ਜੋੜ ਕੇ ਗਲ ਝੋਲੀ ਚ ਪੱਲਾ ਪਾ ਕੇ ਖੜ ਜਾ ਕਰੇ, ਵੇ ਪੀਰੋ ਵੇ ਭਰਾਵੋ, ਮੇਰੇ ਬਿਰਧ ਪਤਾ ਇਸ਼ਨਾਨ ਕਰਾ ਦਿਓ, ਕੁੰਭ ਦਾ ਮੇਲਾ ਹੈ। ਅੱਜ ਮਹਾਤਮ ਦਾ ਬਹੁਤ ਵੱਡਾ ਮਹਾਤਮ ਹੈ, ਵਿਸਾਖੀ ਦਾ ਦਿਹਾੜਾ ਹੈ। ਪਰ ਸਾਰਿਆਂ ਨੇ ਇੱਕੋ ਹੀ ਜਵਾਬ ਦਿੱਤਾ, ਪਾਗਲੇ ਬੁੜੇ ਨੂੰ ਮਾਰ ਕਿਸੇ ਖਾਤੇ ਵਿੱਚ, ਚੱਲ ਸਾਡੇ ਨਾਲ ਮੌਜ ਕਰੇਂਗੀ, ਐਵੇਂ ਬੁੜੇ ਨੂੰ ਖਿੱਚੀ ਫਿਰਦੀ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਨੇ ਹਾਂ ਨਾ ਕੀਤੀ। ਇੱਕ ਬਜ਼ੁਰਗ ਆਇਆ ਦੁਖੜ ਮਰਦਾ, ਇਸ ਦੀ ਬੁੱਕਲ ਮਾਰੀ ਪੁਰਾਣੇ ਬਸਤਰ, ਕੱਲਾ ਹੀ ਕਿਸੇ ਰੰਗ ਵਿੱਚ ਰੰਗਿਆ ਹੋਇਆ, ਪਿਆਰ ਦੇ ਵਿੱਚ। ਕਿਉਂਕਿ ਸਭ ਜਾਂਦੇ ਆ ਤੀਰਥਾਂ ਦੀ ਯਾਤਰਾ ਨਹੀਂ ਕਰਨ ਜਾਂਦੇ, ਉਹ ਤੀਰਥਾਂ ਨੂੰ ਪਵਿੱਤਰ ਕਰਨ ਜਾਂਦੇ ਆ। ਤਾਂ ਹੀ ਤੀਰਥ ਗੰਗਾ ਚਾਰੇ ਨਦੀਆਂ ਲੋਚਦੀਆਂ ਹਨ। ਕਿਸੇ ਗੁਰੂ ਦੇ ਪਿਆਰੇ ਲਾਲ ਦੇ ਚਰਨ ਪੈਣ, ਸਾਡੇ ਪਾਪਾਂ ਦੀ ਮੈਲ ਦੂਰ ਹੋ ਜਾਵੇ। ਕਿਉਂ ਲੋਕ ਸਾਡੇ ਵਿੱਚ ਬਹੁਤ ਸਾਰੇ ਸ਼ਰਧਾ ਨਾਲ ਭਾਗ ਛੱਡ ਜਾਂਦੇ ਹਨ, ਪਰ ਉਹ ਕਾਲੇ ਹੋ ਜਾਂਦੇ ਹਨ। ਕੋਈ ਵਾਹਿਗੁਰੂ ਦਾ ਮਹਾਤਮਾ ਆ ਕੇ ਚਰਨ ਪਾਵੇ, ਉਹਦੇ ਚਰਨਾਂ ਦੀ ਧੂੜ ਸਾਡੇ ਪਾਪ ਲਾ ਦਿੰਦੀ ਹੈ। ਇਸ ਤਰ੍ਹਾਂ ਉਹ ਬਜ਼ੁਰਗ ਦੇ ਮੂਹਰੇ ਵੀ ਹੱਥ ਜੋੜ ਕੇ, ਬਾਬਾ ਜੀ ਬਜ਼ੁਰਗੋ, ਰੱਬ ਦਾ ਵਾਸਤਾ ਮੇਰੇ ਪਤੀ ਦਾ ਅੱਜ ਤੀਰਥ ਦਾ ਇਸ਼ਨਾਨ ਕਰਾ ਦੇ, ਦਾ ਭਲਾ ਹੋ ਜਾਵੇ। ਇਹ ਗੱਲ ਸੁਣ ਕੇ ਉਹ ਬਜ਼ੁਰਗ ਸੋਚੀ ਪੈ ਗਿਆ ਵੀ ਇਹ ਤੋਂ ਵੱਡਾ ਤੀਰਥ ਕੀ ਹੋਣਾ। ਕਿਸੇ ਪਰਉਪਕਾਰ ਕਰਨਾ ਸਭ ਤੋਂ ਵੱਡਾ ਤੀਰਥ ਹੈ, ਪਰਉਪਕਾਰ। ਤੇ ਤੀਰਥ ਮਹਾਤਮਾ ਦੇ ਚਰਦੀ ਧੂੜੀ ਲੋਚਦੇ ਹਨ ਕਿ ਅਸੀਂ ਪਵਿੱਤਰ ਹੋਈਏ। ਸਭ ਤੋਂ ਵੱਡਾ ਤੀਰਥ ਹੈ ਸੇਵਾ, ਬਜ਼ੁਰਗਾਂ ਦੀ, ਮਾਂ ਬਾਪ ਦੀ, ਹੋਰ ਬੁੱਢੇ ਠੇਰੇ ਦੀ। ਤੇ ਹੋਰ ਜਿਹੜੀ ਸੇਵਾ ਉਹ ਕਿਸੇ ਲੇਖੇ ਵਿੱਚ ਨਹੀਂ, ਉਹ ਤਾਂ ਮਤਲਬ ਦੀ ਸੇਵਾ ਹੈ। ਬੁੜੀ ਬੁੜੇ ਦੀ ਸੇਵਾ ਕਰੋਗੇ ਤੁਹਾਨੂੰ ਕੋਈ ਦੇ ਦੇਣਗੇ, ਨਹੀਂ ਸੇਵਾ ਤੇ ਕਹਿਣਗੇ ਕੁਝ ਨਹੀਂ ਦੇਣਾ, ਗੁਰਦੁਆਰੇ ਨੂੰ ਲਵਾ ਦਾਂਗੇ ਜਾਂ ਕਿਸੇ ਹੋਰ ਨੂੰ। ਸਭ ਦੁਨੀਆ ਮਤਲਬ ਦੀ ਆ, ਪਰ ਇੱਕ ਇੱਕ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ, ਮਨ ਵਿੱਚ ਪਰਮ ਗਿਆਨੀ ਪਰਉਪਕਾਰੋ ਮਾਹਾ। ਮਨ ਦੇ ਵਿੱਚ ਪਰਉਪਕਾਰ ਦਾ ਉਤਸ਼ਾਹ ਹੁੰਦਾ, ਪਿਆਰ ਹੁੰਦਾ ਹੈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈਂ, ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈਂ।
ਗੰਗਾ ਜਮਨਾ ਗੋਦਾਵਰੀ ਸਰਸਵਤੀ, ਇਹ ਚਾਰ ਪਵਿੱਤਰ ਨਦੀਆਂ ਹਨ। ਪਰ ਮਹਾਂਪੁਰਖਾਂ ਦੀ ਬ੍ਰਹਮ ਗਿਆਨੀ ਦੇ ਚਰਨਾਂ ਦੀ ਧੂੜੀ ਨੂੰ ਲੋਜਦੇ ਹਨ। 68 ਤੀਰਥ ਜੈ ਸਾਧ ਪਗ ਧਰੇ, ਤੈਂ ਬਖੁੰਠ ਜੈ ਨਾਮ ਤੇਰੇ। ਨਾਨਕ ਧੂਰ ਪੁਨੀਰ ਸਾਧ ਲੱਖ ਕੋਟ ਪਰਾਗੇ। ਕਰੋੜਾਂ ਪ੍ਰਾਗ ਰਾਜਾ ਤੀਰਥਾਂ ਦੇ ਨਾਲੋਂ ਮਹਾਂਪੁਰਖਾਂ ਦੇ ਪਵਿੱਤਰ ਚਰਨਾਂ ਦੀ ਜਿਹੜੀ ਧੂੜੀ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਮਹਾਤਮ ਰੱਖਦੀ ਹੈ। ਕਿਉਂ? ਧੂੜੀ ਲੇਖ ਮਿਟਾਇਆ। ਮਹਾਂਪੁਰਖਾਂ ਦੀ ਧੂੜੀ ਮਾੜੇ ਲੇਖਾਂ ਨੂੰ ਮਿਟਾ ਦਿੰਦੀ, ਸਿੱਧਾ ਕਰ ਦਿੰਦੀ ਹੈ। ਇੱਕ ਸਲਾਰ ਦੀ ਨਾਮ ਦਾ ਕਾਜੀ ਹੈ ਤਾਂ ਗੁਰੂ ਦੇ ਭਾਵਨਾ ਵਾਲਾ ਸੀ, ਪਰ ਸੇ ਗੁਰੂ ਦੇ ਚਰਨਾਂ ਤੇ ਸਿਰ ਰੱਖ ਰੱਖ ਕੇ ਮੱਥਾ ਟੇਕ ਕੇ ਧੂੜੀ ਮੱਥੇ ਤੇ ਲਾਉਂਦੇ। ਕਈ ਦਿਨ ਸੰਗਤ ਕਰਦਾ ਰਿਹਾ, ਦਰਸ਼ਨ ਕਰਕੇ ਮਨ ਤਾਂ ਸ਼ਾਂਤ ਹੁੰਦਾ, ਬਚਨ ਸੁਣ ਕੇ ਹਜ਼ੂਰ ਦੇ, ਪਰ ਉਹਦੇ ਮਨ ਵਿੱਚ ਇੱਕ ਸੰਸਾ ਕੰਡੇ ਮੂੰਹੋਂ ਰੜਕਣ ਲੱਗ ਪਿਆ ਕਿ ਆਹ ਸਿੱਖ ਜਿਹੜੇ ਚਰਨਾਂ ਤੇ ਮੱਥੇ ਰਗੜਦੇ ਹਨ, ਜੇ ਦੂਰੋਂ ਹੀ ਨਮਸਕਾਰ ਝੁਕ ਜਾਇਆ ਕਰਨ, ਕੀ ਇਹ ਨਹੀਂ ਠੀਕ? ਪਰ ਪੁੱਛਣ ਦਾ ਹੌਸਲਾ ਨਾ ਪਵੇ। ਮਹਾਂਪੁਰਖਾਂ ਦੇ ਕੋਲੇ ਜਾ ਕੇ ਸਾਰੇ ਫੁਰਨੇ ਦੂਰ ਹੋ ਜਾਂਦੇ। ਬਹੁਤ ਲੋਕ ਇੱਛਾ ਲੈ ਕੇ ਆਉਂਦੇ ਆ, ਪਰ ਪੁੱਛਣ ਦਾ ਹੌਸਲਾ ਹੀ ਨਹੀਂ ਪੈਂਦਾ, ਕੰਬਣ ਲੱਗ ਜਾਂਦੇ ਆ। ਜਦ ਸੰਗਤ ਚਲੀ ਗਈ, ਕੰਬਦਾ ਖੜਾ ਹੋਇਆ, ਸਹਿ ਪੁੱਛਣ ਲੱਗੇ ਹੱਸ ਕੇ, ਸਲਾਦੀਨ ਕੀ ਗੱਲ ਆ, ਕੀ ਚਾਹੁੰਨਾ? ਕਹਿਣ ਲੱਗਾ, ਹਜ਼ੂਰ ਪਾਤਸ਼ਾਹ, ਐ ਵਲੀ ਖੁਦਾ, ਮੈਂ ਕੁਛ ਨਹੀਂ ਚਾਹੁੰਦਾ। ਮੇਰੇ ਮਨ ਵਿੱਚ ਇੱਕ ਫੁਰਨਾ ਉਹ ਕੰਡੇ ਨੂੰ ਅੰਦਰ ਚੁਭੀ ਜਾਂਦਾ। ਜਮਕਾਲ ਅੰਦਰ ਹਉਮੈ ਕੰਡਾ ਹੈ, ਹਉਮੈ ਦਾ ਕੰਡਾ ਹੈ ਮੇਰੇ ਮਨ ਵਿੱਚ, ਜੋ ਫੁਰਨਾ ਪੈਦਾ ਹੋ ਗਿਆ, ਸ਼ੰਕਾ ਪੈਦਾ ਹੋ ਗਿਆ। ਤੇ ਹਜ਼ੂਰ ਸਮਰੱਥ ਅੰਤਰਜਾਮੀ ਖੁਦਾ ਦਾ ਰੂਪ ਹੋ। ਬਹੁਤ ਦਿਨ ਦਾ ਮੈਂ ਚਾਹੁੰਦਾ ਸੀ, ਪਰ ਹੌਸਲਾ ਨਹੀਂ ਸੀ ਪੈਂਦਾ, ਦਿਲ ਕੰਬਣ ਲੱਗ ਜਾਂਦਾ। ਅੱਜ ਮੈਂ ਬਹੁਤ ਵੱਡਾ ਹੌਸਲਾ ਕਰਕੇ ਹਜ਼ੂਰ ਦੇ ਸਾਹਮਣੇ ਖੜਾ ਹਾਂ। ਤਨ ਜੀ ਗੁਰੂ ਨਾਨਕ ਸਾਹਿਬ ਤਨ ਗੁਰੂ ਅਰਜਨ ਸਾਹਿਬ ਜੀ ਤਨ ਗੁਰੂ ਅਮਰਦਾਸ ਜੀ ਤਨ ਗੁਰੂ ਅਰਜਨ ਸਾਹਿਬ ਤਨ ਗੁਰੂ ਹਰਗੋਬਿੰਦ ਸਾਹਿਬ ਤਨ ਗੁਰੂ ਸ੍ਰੀ ਹਰਿਗੋਬਿੰਦ ਜੀ ਤਨ
ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਕਦੇ ਨਾ ਰੋ ਵਾਹਿਗੁਰੂ ਬੋਲ ਕਦੇ ਨਾ ਰੋ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਤੇਰਾ ਪਾਸ ਪੁੱਛੀ ਦੇ ਆ, ਚੰਗੀ ਗੱਲ ਪੁੱਛੀ ਦੀ ਆ, ਮਾੜੀ ਗੱਲ ਨਹੀਂ ਪੁੱਛੀ ਦੀ। ਅੜਨਾ ਲੜੀ ਦਾ ਨਹੀਂ, ਝਗੜਾ ਨਹੀਂ ਕਰਨਾ। ਸਵਾਲ ਸੰਸਾ ਦੂਰ ਕਰ ਲੈਣਾ, ਇਹ ਕੋਈ ਪਾਪ ਨਹੀਂ ਹੁੰਦਾ ਜੇ ਮਨ ਵਿੱਚ ਕੋਈ ਸੰਸਾ ਪੈਦਾ ਹੈ। ਸਾਧ ਸਾਧ ਜਾਨੋ ਨੇ ਬਾਲ ਸਬਾਦ ਵਿਵਾਦ, ਬਾਤ ਝਗੜਾ ਕਰਨਾ ਮਹਾਂਪੁਰਖਾਂ ਨਾਲ ਪਾਪ ਆ, ਦੋਸ਼ ਆ। ਸੰਸਾ ਨਿਵਰਤ ਕਰਨਾ ਇਹ ਪੁੰਨ ਹੈ। ਜੇ ਸੰਸ਼ੇ ਰੜਕਦਾ ਰਿਹਾ ਤਾਂ ਉਹਦਾ ਭਲਾ ਕਿਵੇਂ ਹੋ। ਤੂੰ ਮਨ ਨੂੰ ਤਗੜਾ ਕਰ, ਕੰਬ ਨਾ, ਤੂੰ ਨਿਰਤੜਕ ਹੋ ਕੇ ਆਪਣੇ ਮਨ ਦਾ ਸਵਾਲ ਸੰਸਾ ਦੂਰ ਕਰ। ਇਹ ਹਜ਼ੂਰ ਦੇ ਬਚਨ ਅੰਮ੍ਰਿਤ ਸੁਣ ਕੇ ਇਹਦਾ ਮਨ ਹੌਸਲੇ ਵਿੱਚ ਆਇਆ। ਕਹਿਣ ਲੱਗਾ, ਮਹਾਰਾਜ ਤੁਹਾਡੇ ਲੱਖਾਂ ਸੇਵਕ ਤੁਹਾਡੇ ਚਰਨਾਂ ਤੇ ਮੱਥੇ ਰਗੜਦੇ ਹਨ, ਚਰਨਾਂ ਦੀ ਧੂੜੀ ਮੱਥੇ ਤੇ ਲਾਉਂਦੇ ਹਨ। ਇਹਦਾ ਕੀ ਮਤਲਬ ਜੇ ਸੂਰੋਂ ਹੀ ਸਿਰ ਝੁਕਾਇਆ ਸਜਦਾ ਕੀਤਾ ਜਾਵੇ, ਕੀ ਇਹਦਾ ਨਹੀਂ ਫਲ? ਮਹਾਰਾਜ ਕਹਿਣ ਲੱਗੇ, ਸਲਾਦੀਨ ਫਲ ਇਸਦਾ ਵੀ ਆ, ਪਰ ਜਿਹੜਾ ਗੁਰੂ ਦੇ ਸੰਗਤ ਦੇ ਮੱਥਾ ਲਾ ਕੇ ਨਮਸਕਾਰ ਕਰਨੀਆਂ ਨਾ, ਮੱਥੇ ਤੇ ਸੰਗਤ ਦੀ ਧੂੜੀ ਲੱਗਦੀ ਆ। ਉਹ ਧੂੜੀ ਪੁੱਠੇ ਲੇਖਾਂ ਨੂੰ ਸਿੱਧਿਆਂ ਕਰ ਦਿੰਦੀ ਆ, ਪਰ ਉਹਦੇ ਮਨ ਦਾ ਸੰਸਾ ਦੂਰ ਨਾ ਹੋਇਆ। ਮਹਾਰਾਜ ਦੇ ਹੱਥ ਵਿੱਚ ਛਾਪ ਸੀ, ਪੁੱਠੀਆਂ ਮੋਹਰਾਂ ਹੁੰਦੀਆਂ, ਅੱਗੇ ਅੱਖਰ ਲਿਖੇ ਨੇ ਪੁੱਠੇ। ਮਹਾਰਾਜ ਕਹਿਣ ਲੱਗੇ, ਆ ਪੜ੍ਹ ਕੀ ਲਿਖਿਆ ਹੋਇਆ ਉਰਦੂ ਤੇ ਫਾਰਸੀ ਵਿੱਚ। ਕਹਿੰਦਾ, ਮਹਾਰਾਜ ਇਹ ਪੁੱਠੇ ਅੱਖਰ ਆ, ਮੈਨੂੰ ਪੁੱਠੇ ਅੱਖਰ ਪੜ੍ਹਨ ਦਾ ਸੁਭਾਅ ਨਹੀਂ। ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿਣ ਲੱਗੇ, ਸੇਵਾਦਾਰ ਨੇ ਘਰ ਕਾਗਜ਼ ਤੇ ਇੱਕ ਸ਼ਾਹੀ ਲਿਆ। ਕਾਗਜ਼ ਲਿਆਂਦਾ, ਸ਼ਾਹੀ ਲਿਆਂਦੀ ਗਈ। ਸ਼ਾਹੀ ਲਾ ਕੇ ਮੋਹਰ ਤੇ ਜਦੋਂ ਪੁੱਠੀ ਕਰਕੇ ਲਾਈ ਤੇ ਅੱਖਰ ਸਿੱਧੇ ਹੋ ਗਏ। ਕਹਿਣ ਲੱਗੇ, ਸਲਾਰਦੀਨ ਹੁਣ ਪੜ੍ਹ ਕੀ ਲਿਖਿਆ ਹੋਇਆ। ਕਹਿਣ ਲੱਗਾ, ਹਜ਼ੂਰ ਸੱਚੇ ਪਾਤਸ਼ਾਹ, ਇਹ ਤਾਂ ਆਪਦਾ ਪਵਿੱਤਰ ਨਾਮ ਹੈ, ਮੈਂ ਨਾਂ ਲੈ ਨਹੀਂ ਸਕਦਾ। ਹਜ਼ੂਰ ਦਾ ਪਵਿੱਤਰ ਨਾਮ ਹੈ। ਕਹਿੰਦੇ, ਹੁਣ ਕਿਵੇਂ ਪੜ੍ਹਿਆ ਗਿਆ? ਕਹਿੰਦਾ ਜੀ, ਹੁਣ ਸਿੱਧਾ ਹੋ ਗਿਆ। ਪਹਿਲੇ ਨਾ ਪੜ੍ਹਿਆ, ਕਹਿੰਦੇ ਪਹਿਲੇ ਪੁੱਠੇ ਅੱਖਰ ਸੀ, ਸਿੱਧੇ ਕਿਵੇਂ ਹੋਏ? ਜਦੋਂ ਉਲਟਾ ਕੇ ਕਾਗਜ਼ ਤੇ ਲਾਇਆ, ਸ਼ਾਹੀ ਲਾ ਕੇ। ਇਸੇ ਤਰ੍ਹਾਂ ਹਰ ਮਨੁੱਖ ਦੇ ਮੱਥੇ ਤੇ ਪੁੱਠੇ ਲੇਖ ਲਿਖੇ ਹੋਏ ਆ। ਜਦ ਬੱਚਾ ਜਨਮ ਲੈਂਦਾ ਵੇ, ਉਹ ਮਾਤਾ ਪੁੱਠੇ ਅੱਖਰ ਲਿਖਦੀ, ਉਹਨੂੰ ਪੜ੍ਹ ਨਹੀਂ ਸਕਦਾ। ਤਾਂ ਹੀ ਪਾਤਸ਼ਾਹ ਫਰਮਾਉਂਦੇ ਆ ਨਾ, ਹੱਥ ਕਲਾਮਾ ਗਾ ਮਸਤਕ ਲਿਖਾਵਤੀ, ਔਰ ਜਰਹਿਓ ਸਭ ਸੰਗ ਅਨੂਪਰ ਪਾਵਤੀ। ਪੁੱਠੇ ਅੱਖਰ ਲਿਖੇ ਹੋਏ ਆ। ਜਦ ਅਸੀਂ ਝੁਕਾ ਕੇ ਮੱਥੇ ਤੇ ਸੰਗਤ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਸੰਗਤ ਦੀ ਧੂੜੀ ਮੱਥੇ ਤੇ ਲਾਉਨੇ ਆ, ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ, ਜਿਹੜੇ ਮਾੜੇ ਕਰਮ ਹਨ। ਸੰਗਤ ਦੇ ਚਰਨਾਂ ਦੀ ਧੂੜੀ ਦਾ ਇਹ ਫਲ ਹੈ, ਧੂੜੀ ਲੇਖ ਮਿਟਾਇਆ।
ਬੜੇ ਬੜੇ ਲੇਖਾਂ ਪੁੱਠੇ ਲੇਖਾਂ ਨੂੰ ਸੰਗਤ ਦੀ ਧੂੜੀ ਸਿੱਧੇ ਕਰ ਦਿੰਦੀ ਮਾੜੇ ਕਰਮਾਂ। ਸੰਗਤ ਦੀ ਧੂੜੀ ਦਾ ਇਹ ਫਲ ਪ੍ਰਾਪਤ ਹੁੰਦਾ ਹੈ। ਤਾਂ ਤੇ ਜਦੋਂ ਨਮਸਕਾਰ ਕਰਨਾ ਮੱਥਾ ਲਾ ਕੇ ਮੱਥੇ ਤੇ ਧੂੜੀ ਲਾਉਣੀ ਸੰਗਤ ਦੀ, ਬੜੇ ਬੜੇ ਰੋਗ ਵੀ ਦੂਰ ਹੁੰਦੇ ਹਨ। ਜਿੱਥੇ ਡਾਕਟਰਾਂ ਦੀਆਂ ਦਵਾਈਆਂ ਬੜੇ ਬੜੇ ਕੀਮਤੀ ਟੀਕੇ ਫੇਲ ਪੈ ਜਾਂਦੇ ਹਨ, ਉੱਥੇ ਗੁਰੂ ਕੇ ਸੰਗਤ ਦੇ ਚਰਨਾਂ 'ਚ ਧੂੜੀ ਲਾਉਣ ਦੇ ਨਾਲ ਬੜੇ ਬੜੇ ਪਾਪ ਮਿਟਦੇ ਹਨ। ਕੈਂਸਰ ਵਰਗੇ ਰੋਗ ਹਟਦੇ ਹਨ। ਦਮਾ ਉਹ ਲਾਜ ਬਿਮਾਰੀਆਂ ਜਿਨ੍ਹਾਂ ਤੋਂ ਡਾਕਟਰ ਕਹਿੰਦੇ ਕੋਈ ਇਲਾਜ ਨਹੀਂ, ਪਰ ਜ਼ਿਆਦਾ ਹੀ ਸੰਗਤ ਦੀ ਧੂੜੀ ਵਿੱਚ ਸੰਗਤ ਦੀ ਸੇਵਾ, ਜੋੜੇ ਸਾਫ਼ ਕਰਨੇ, ਬਰਤਨ ਸਾਫ਼ ਕਰਨੇ, ਬਰਤਨ ਪ੍ਰਸ਼ਾਦੇ ਪਕਾਉਣੇ ਵਰਤਾਉਣੇ, ਨੀਵਾਂ ਮਨ ਕਰਕੇ ਹੱਥ ਪਵਿੱਤਰ ਹੁੰਦੇ ਹਨ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਸੇਵਾ ਤੋਂ ਬਿਨਾਂ ਹੱਥਾਂ ਪੈਰਾਂ ਤਰਕਾਰ ਹੈ। ਗੁਰੂ ਕੇ ਲੰਗਰ ਦੇ ਪ੍ਰਸ਼ਾਦੇ ਪਕਾਇਆ ਹੱਥ ਪਵਿੱਤਰ ਹੁੰਦੇ ਹਨ। ਜੂਠੇ ਬਰਤਨ ਮਾਂਜਿਆ ਹੱਥ ਪਵਿੱਤਰ ਹੁੰਦੇ ਹਨ। ਗੁਰੂ ਕੇ ਸੰਗਤ ਦੀ ਸੇ ਜੋੜੇ ਸਾਫ਼ ਕੀਤਿਆਂ ਮਨ ਸਾਫ਼ ਹੁੰਦਾ ਹੈ, ਹੱਥ ਪਵਿੱਤਰ ਹੁੰਦੇ ਹਨ। ਅੱਖਾਂ ਨਾਲ ਦਰਸ਼ਨ ਕੀਤਿਆਂ ਸੰਗਤ ਦੇ ਮਾੜੀ ਨਿਗਾਹ ਨਾਲ ਨਹੀਂ ਦੇਖਣਾ। ਦੇਖਣ ਵਿੱਚ ਭੇਦ ਹੈ। ਜਦ ਨਿਗਾਹ ਹੇਠਾਂ ਜਾਂਦੀ ਆ ਤਾਂ ਹਿਆ ਬਣ ਜਾਂਦੀ ਹੈ, ਹਿਆ ਸ਼ਰਮ। ਜਦ ਨਿਗਾਹ ਉੱਪਰ ਨੂੰ ਉੱਠਦੀ ਆ ਤਾਂ ਦੁਆ ਬਣ ਜਾਂਦੀ ਆ, ਅਰਦਾਸ ਬਣ ਜਾਂਦੀ ਆ। ਜਦ ਨਿਗਾਹ ਟੇਢੀ ਹੋ ਕੇ ਝਾਕਦੀ ਆ ਨਾ, ਟੇਢੀ ਨਿਗਾਹ ਦੇ ਨਾਲ ਇੱਧਰ ਨੂੰ ਫੇਰ ਕਜਾ ਵੜ ਜਾਂਦੀ, ਪਾਪ ਰੂਪ ਹੋ ਜਾਂਦੀ ਆ। ਦੇਖਣ ਵਿੱਚ ਬਹੁਤ ਫਰਕ ਆ। ਹੇਠਾਂ ਗਈ ਦੁਆ ਬਣ ਗਈ, ਉੱਪਰ ਗਈ ਤਾਂ ਦੁਆ ਬਣ ਗਈ, ਅਰਦਾਸ ਬਣ ਗਈ। ਤਿਰਛੀ ਗਈ ਤਾਂ ਕਜਾ ਬਣ ਗਈ, ਫਿਰ ਕਜਾ ਹੋ ਜਾਂਦੀ ਆ, ਪਾਪ ਸਿਰ ਚੜ ਜਾਂਦਾ ਹੈ। ਕਿਉਂ? ਮਨ ਮੈਲਾ ਹੋ ਜਾਂਦਾ ਹੈ, ਫਿਰ ਇੱਧਰ ਉੱਧਰ ਝਾਕਦਾ ਹੈ। ਦੂਜਿਆਂ ਦੇ ਰੂਪ ਦੀ ਪ੍ਰੀਖਿਆ ਕਰਦਾ ਹੈ, ਆਪਣਾ ਮਨ ਮੈਲਾ ਕਰਦਾ ਹੈ। ਸੰਗਤ ਵਿੱਚ ਬੁਰੇ ਦੇਖਣਾ ਵੀ ਪਾਪ ਹੈ। ਸੰਗਤ ਨੂੰ ਗੁਰੂ ਰੂਪ ਸਮਝ ਕਰਕੇ ਪੂਜਣਾ ਹੈ। ਐ ਨਾਰਦ, ਜੇ ਮੇਰੇ ਦਰਸ਼ਨ ਕਰਨੇ ਆ ਤਾਂ ਮੇਰੀ ਸੰਗਤ ਵਿੱਚ ਆ ਕੇ ਜਿੱਥੇ ਰੱਬ ਦੇ ਪਿਆਰੇ ਹਰੀ ਜਸ ਕਰਦੇ ਆ, ਮੇਰਾ ਕੀਰਤਨ ਕਰਦੇ ਆ, ਸੰਗਤ ਵਿੱਚ ਮੇਰਾ ਵਾਸਾ ਹੈ। ਵਿੱਚ ਸੰਗਤ ਹਰ ਪ੍ਰਭ ਬਸੇ ਜੀਓ, ਸਾਧ ਸੰਗਤ ਮੈਂ ਬਸੇ ਭਗਵਾਨ। ਰੋਜ਼ ਸੁਖਮਨੀ ਸਾਹਿਬ ਦੇ ਪਾਠ ਗੁਰਦੁਆਰੇ ਸੁਣਦੇ ਹੋ ਤੇ ਇਹ ਪੰਕਤੀਆਂ ਤੁਸੀਂ ਸੁਣਦੇ ਹੋ, ਸਾਧ ਸੰਗਤ ਮੈਂ ਬਸੇ ਭਗਵਾਨ। ਪਰਮਾਤਮਾ ਦਾ ਵਾਸਾ ਹੈ ਸੰਗਤ ਦੇ ਵਿੱਚ, ਹੋਰ ਕਿਸੇ ਤੀਰਥ ਨਹੀਂ। ਜਿੰਨਾ ਨਾ ਇਕੱਠਾਂ ਬੱਠਾਂ ਦੇ ਵਿੱਚ ਧੁੱਪ, ਧੂੜ, ਧੱਕੇ, ਇਹ ਤਿੰਨ ਚੀਜ਼ਾਂ ਮੇਲਿਆਂ ਦੇ ਵਿੱਚ ਮਿਲਦੇ ਹਨ। ਇੱਕ ਤਾਂ ਧੁੱਪ, ਧੂੜੀ ਤੇ ਧੱਕੇ। ਬਸ ਹੇਠਾਂ ਜਿਹੜਾ ਲਿਦੜ ਗਿਆ ਉਹ ਨਹੀਂ ਉੱਠਿਆ ਜਾਂਦਾ। ਜੋੜ ਮੇਲਿਆਂ ਦੇ ਵਿੱਚ ਕੋਈ ਚੱਕਦਾ ਹੀ ਨਹੀਂ। ਕੋਈ ਬੁੜਾ ਠੇਰਾ ਡਿੱਗ ਪਿਆ, ਉੱਤੋਂ ਦੀ ਲੰਘ ਜਾਣਾ, ਚੱਕਣਾ ਨਹੀਂ। ਇਹ ਹਾਲਤ ਹੁੰਦੀ ਹੈ ਕਿ ਉਹ ਮੁਕਤ ਹੋ ਜਾਣਗੇ। ਜੇ ਤੁਸੀਂ ਸੰਗਤ ਦੇ ਵਿੱਚੋਂ ਆ ਕੇ ਰੱਬ ਦੇ ਦਰਸ਼ਨ ਕਰਨੇ ਹਨ ਤਾਂ ਮਨ ਨੂੰ ਟਿਕਾ ਕੇ ਬਾਣੀ ਦੇ ਨਾਲ ਜੁੜ ਜਾਓ, ਦੁਨੀਆ ਭੁੱਲ ਜਾਓ, ਤਾਂ ਸੰਗਤ ਦੇ ਵਿੱਚੋਂ ਭਗਵਾਨ ਦੇ ਦਰਸ਼ਨ ਹੋਣਗੇ। ਸੰਗਤ ਵਿੱਚ ਵਾਸਾ ਜੀ ਮੇਰੇ ਪਰਮੇਸ਼ਰ ਜੀ ਦਾ, ਸੰਗਤ ਵਿੱਚ ਵਾਸਾ ਜੀ ਮੇਰੇ ਭਗਵਾਨ ਜੀ ਦਾ।
ਐ ਨਾਰਦ ਜੇ ਮੈਨੂੰ ਦੇਖਣਾ ਨਾ ਹੂੰ ਸਾਮੀ ਬੈਕੁੰਠੇ। ਭਗਵਾਨ ਕਹਿਣ ਲੱਗਾ ਹੈ ਨਾਰਦ, ਨਾ ਮੈਂ ਬੈਕੁੰਠ ਦਾ ਵਾਸੀ ਹਾਂ, ਜੋਗੀ ਨੱਚ ਹਿਰਦੇ, ਨਾ ਮੈਂ ਜੋਗੀਆਂ ਦੇ ਹਿਰਦੇ ਵਿੱਚ ਵਸਦਾ, ਕਿਉਂਕਿ ਉੱਥੇ ਹੰਕਾਰ ਹੈ, ਹਉਮੈ ਆ, ਰਿੱਧੀਆਂ ਸਿੱਧੀਆਂ ਦਾ, ਵੱਡੀਆਂ ਉਮਰਾਂ ਦਾ। ਜੋਗੀ ਨੱਚ ਹਿਰਦੇ, ਫਿਰ ਕਿੱਥੇ ਵਸਦੇ ਹੋ? ਮਦ ਭਗਤਾਂ ਜਤਰ ਗਯੰਤੀ ਤਤਰ ਬਖਾਨੀ ਨਾਰਦ। ਐ ਨਾਰਦ, ਜਿੱਥੇ ਮੇਰੇ ਪਿਆਰੇ ਉਹ ਰੰਗੇ ਹੋਏ ਕਿਸੇ ਰੰਗ ਦੇ ਵਿੱਚ ਮੇਰਾ ਜਸ ਕਰਦੇ, ਮੇਰਾ ਕੀਰਤਨ ਕਰਦੇ ਹਨ, ਉੱਥੇ ਸੰਗਤ ਵਿੱਚ ਮੇਰਾ ਵਾਸਾ ਹੈ। ਮਦ ਭਗਤਾਂ ਜਤਰ ਗਯੰਤੀ, ਭਗਤਾਂ ਦੇ ਮਦ ਵਿੱਚ ਮੇਰਾ ਵਾਸਾ ਹੈ, ਗੁਰੂ ਪਿਆਰਿਆਂ ਦੇ ਵਿੱਚ। ਜਿੱਥੇ ਮੇਰਾ ਜਸ ਗਾਇਨ ਕਰਦੇ ਹਨ, ਮੇਰਾ ਜਸ ਕਰਦੇ ਹਨ, ਤਾਂ ਤੇ ਇਕੱਠਾਂ ਵੱਠਾਂ ਦੇ ਵਿੱਚ ਧੂੜ ਤੱਪੇ ਤੋਂ ਖਾਣੇ ਪੈਂਦੇ ਹਨ। ਲਾਹਾ ਤਾਂ ਪ੍ਰੇਮੀ ਇੱਕ ਸਰੋਤਾ ਹੀ ਬਹੁਤ ਆ, ਪਰ ਸੁਣਨ ਵਾਲਾ ਹੋਵੇ, ਧਾਰਨ ਕਰਨ ਵਾਲਾ, ਕੱਪੜੇ ਝਾੜ ਕੇ ਜਾਣ ਵਾਲਾ ਨਾ ਹੋਵੇ। ਸਰੋਤਾ ਤਾਂ ਇੱਕੋ ਹੀ ਬਹੁਤ ਹੁੰਦਾ ਹੈ। ਬਹੁਤਾ ਇਕੱਠ ਫੜ ਦਿਖਾਉਣਾ ਲੋਕਾਂ ਨੂੰ ਵੀ ਇੰਨਾ ਇਕੱਠ ਹੁੰਦਾ, ਲੈਣ ਦੇਣ ਨੂੰ ਕੁਛ ਨਹੀਂ, ਧੂੜ ਧੁੱਪ ਧੱਕੇ ਹੀ ਹੁੰਦੇ ਹਨ। ਲਾਹਾ ਤਾਂ ਕਾਂਤ ਆਦਮੀ ਲੈਂਦਾ ਹੈ, ਤਾਂ ਹੀ ਦੱਸਿਆ ਕਬੀਰ ਮਿਲਣੇ ਜਾਈਏ ਸਾਧ ਕੋ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੇ, ਆਗੇ ਹੋਏ ਸੋ ਹੋਏ। ਤੁਸੀਂ ਕਿਸੇ ਨੂੰ ਨਾਲ ਤਿਆਰ ਕਰੋਗੇ, ਉਹ ਕਹੂ ਮੈਂ ਆਹ ਕੰਮ ਕਰ ਲਾ, ਆਹ ਕੰਮ ਕਰ ਲਾਂ, ਦੂਜੇ ਨੂੰ ਵੀ ਰੱਖ ਦਿੰਦਾ। ਆਪ ਤਾਂ ਰਹਿਣਾ ਕੀ ਆ, ਜਾਣਾ ਹੀ ਕੀ ਆ, ਸਮਾਂ ਗਵਾ ਦੇਣਾ ਦੂਜੇ ਦਾ ਵੀ। ਜਦ ਸੰਗਤ ਵਿੱਚ ਤੁਰਨਾ ਕੋਈ ਅਧਿਕਾਰੀ ਹੈ ਤੇ ਭਰਾਵਾ ਮੈਂ ਤਿਆਰ ਹਾਂ, ਨਾਲ ਲੈ ਕੇ ਜਾਵੀਂ। ਜੇ ਨਹੀਂ ਤਾਂ ਕਿਸੇ ਦੀ ਉਡੀਕ ਨਾ ਕਰੋ, ਤੁਸੀਂ ਆਪਣੇ ਆਪ ਇਕੱਲੇ ਬਾਣੀ ਪੜ੍ਹਦੇ ਆਓ। ਗੱਲਾਂ ਨਹੀਂ ਕਰਨੀਆਂ, ਉਹ ਸਮਾਂ ਸਫਲਾ ਹੁੰਦਾ ਹੈ। ਉਹ ਬਜ਼ੁਰਗ ਇਕੱਲਾ ਹੀ, ਅੱਗੇ ਤਾਂ ਲਾਣ ਟੋਲਿਆਂ ਦੇ ਟੋਲੇ ਜਾਂਦੇ ਨੇ, ਹੱਥ ਵਿੱਚ ਡਾਂਗਾਂ ਫੜੀਆਂ ਹੋਈਆਂ, ਤੇ ਗਾਉਂਦੇ ਹੋਏ ਗੰਦੇ ਗੀਤ ਬੋਲੀਆਂ ਪਾਉਂਦੇ ਜਾ ਰਹੇ ਮੇਲਿਆਂ ਵਿੱਚ ਜਿਵੇਂ ਕਰਦੇ ਆ। ਪਰ ਇੱਕ ਗੁਰੂ ਕਾ ਲਾਲ ਰੰਗਿਆ ਹੋਇਆ ਕਿਸੇ ਲਾਹੀ ਰੰਗ ਦੇ ਵਿੱਚ, ਕਿਸੇ ਮਸਤੀ ਵਿੱਚ ਜਾ ਰਿਹਾ। ਅਧ ਮਿੱਟੇ ਨੇਤਰ ਹਨ, ਸੁਰਤ ਜੁੜੀ ਹੋਈ ਹੈ, ਤੁਰਿਆ ਜਾ ਰਿਹਾ ਹੈ। ਉਹਨੂੰ ਨਹੀਂ ਪਤਾ, ਜਦ ਉਸ ਬੀਬੀ ਨੇ ਹੱਥ ਜੋੜ ਕੇ ਬਾਬਾ ਜੀ 3 ਵਾਰ ਆਵਾਜ਼ਾਂ ਮਾਰੀਆਂ, ਉਹਦੀ ਸੁਰਤ ਟੁੱਟੀ। ਕਹਿਣ ਲੱਗਾ ਹਾਂ ਬੇਟਾ ਕੀ ਗੱਲ ਆ? ਬਾਬਾ ਜੀ ਪਰਉਪਕਾਰ ਕਰੋ। ਦੱਸ ਪੁੱਤੇ ਕੀ ਪਰਉਪਕਾਰ ਆ? ਅੱਜ ਮਹਾਤਮ ਦਾ ਦਿਨ ਹੈ, ਕੁੰਭ ਦਾ ਮੇਲਾ, ਵਿਸਾਖੀ ਦਾ ਦਿਹਾੜਾ। ਮਹਾਤਮ ਦੱਸਿਆ ਮੇਰਾ ਬਿਰਧ ਪਤੀ ਇੱਥੋਂ ਤੱਕ ਤੁਹਾਡੇ ਵਰਗਾ ਬਜ਼ੁਰਗ ਛੱਡ ਗਿਆ, ਇੱਥੇ ਲਾ ਤਾਂ ਹੁਣ ਕੋਈ ਨਹੀਂ ਚੱਕਦਾ। ਜੇ ਤੁਸੀਂ ਕਿਰਪਾ ਕਰੋ ਤੇ ਮੇਰੇ ਪਤੀ ਨੂੰ ਲਿਜਾ ਕੇ ਅੱਜ ਕੁੰਭ ਦੇ ਗੰਗਾ ਦੇ ਜਲ ਵਿੱਚ ਇਸ਼ਨਾਨ ਕਰਾ ਦਿਓ, ਤਾਂ ਕਿ ਇਹਦਾ ਭਲਾ ਹੋ ਜਾਵੇ। ਉਹ ਕਹਿਣ ਲੱਗਾ ਵਿਧਵਾ ਕੋਈ ਗੱਲ ਨਹੀਂ, ਜੇ ਇਹਦਾ ਭਲਾ ਹੋ ਜਾਵੇ ਤਾਂ ਤੂੰ ਵੱਡਾ ਤੀਰਥ ਹੋਰ ਹੈ ਹੀ ਕੋਈ ਨਹੀਂ। ਬ੍ਰਹਮ ਗਿਆਨੀ ਪਰਉਪਕਾਰ ਮਾਹਾ। ਬ੍ਰਹਮ ਗਿਆਨ ਦੇ ਮਨ ਵਿੱਚ ਪਰਉਪਕਾਰ ਦਾ ਉਤਸ਼ਾਹ ਹੁੰਦਾ ਵੀ ਕਿਵੇਂ ਦੁਨੀਆ ਦਾ ਭਲਾ ਹੋਵੇ। ਤਾਂ ਹੀ ਮਹਾਤਮਾ ਆਪਣੇ ਸੁਖ ਰਾਮ ਨੂੰ ਛੱਡ ਕੇ ਡਾਕਟਰਾਂ ਦੇ ਬੰਦ ਕੀਤੇ ਹੁੰਦੇ। ਮਹਾਤਮਾ ਜੀ ਕੀਰਤਨ ਨਹੀਂ ਕਰਨਾ, ਬੋਲਣਾ ਨਹੀਂ, ਖੇਚਲ ਨਹੀਂ ਕਰਨੀ, ਸਬਰ ਨਹੀਂ ਕਰਨੇ। ਪਰ ਮਹਾਤਮਾ ਕੋਈ ਡਾਕਟਰਾਂ ਦੀ ਪਰਵਾਹ ਨਹੀਂ ਕਰਦੇ। ਜਿੱਦਣ ਮਰਨਾ ਡਾਕਟਰਾਂ ਨੇ ਰੱਖਣਾ ਨਹੀਂ, ਜਿੰਨਾ ਚਿਰ ਜਿਉਣਾ ਉਹਨਾਂ ਚਿਰ ਕੋਈ ਮਾਰ ਨਹੀਂ ਸਕਦਾ।
ਕੀਰਤਨ ਕਰਦੇ ਮਰ ਜਾਵਾਂਗੇ ਤੇ ਐਦੋਂ ਵੱਡਾ ਹੋਰ ਪੁੰਨ ਕੀ ਆ ਬਾਣੀ ਪੜ੍ਹਦੇ ਆ। ਤਾਂ ਤੇ ਮਹਾਤਮਾ ਕੋਈ ਡਾਕਟਰਾਂ ਦੇ ਬਣਨ ਦੇ ਵਿੱਚ ਨਹੀਂ ਹੁੰਦੇ ਵੀ ਤੁਸੀਂ ਕੀਰਤਨ ਨਹੀਂ ਬੋਲਣਾ ਨਹੀਂ। ਜਿੱਦਣ ਆਉਣੀ ਉਦਣ ਕੋਈ ਰੋਕ ਨਹੀਂ ਸਕਦਾ। ਜਿੰਨਾ ਚਿਰ ਸਵਾਸ ਲੈਣੇ ਉਹਨਾਂ ਚਿਰ ਕੋਈ ਮਾਰ ਨਹੀਂ ਸਕਦਾ। ਬਾਜ ਮਹਾਤਮਾ ਦੇ ਵਾਲੇ 30 ਰਫਲਾਂ ਵਾਲੇ ਹੁੰਦੇ ਆ। ਜਿਹੜੇ ਸੰਤ ਨੂੰ ਮੌਤ ਦਾ ਹੀ ਭੈ ਆ ਉਹ ਦੂਜਿਆਂ ਦੇ ਭੈ ਡਰ ਕੀ ਦੂਰ ਕਰੋ। ਸੰਤ ਡਰ ਕਾਹਦਾ ਜਦੋਂ ਸਾਰੇ ਪਰਮੇਸ਼ਰ ਹੀ ਆ। ਮੌਤ ਤਾਂ ਮਹਾਤਮਾ ਹਾਸ ਮੰਗਦੇ ਹਨ। ਕਬੀਰ ਮੋਹਿ ਮਰਨੇ ਕਾ ਚਾਉ ਹੈ ਪਰ ਮਰੋ ਤਾਂ ਹਰ ਕੇ ਦੁਆਰ। ਮਤ ਹਰ ਪੁੱਛੇ ਕੌਣ ਹੈ ਭਰਾ ਹਮਾਰੇ ਬਾਰ। ਮਰਨ ਦਾ ਮਨ ਵਿੱਚ ਚਾਅ ਬਹੁਤ ਆ। ਇਹਨਾਂ ਲੋਕਾਂ ਨੂੰ ਵਿਆਹ ਦਾ ਚਾਅ ਨਹੀਂ ਪਰ ਮਰਾਂ ਹਰੀ ਦੇ ਦਰਵਾਜ਼ੇ ਤੇ ਸੰਗਤ ਵਿੱਚ। ਭਲਾ ਗੁਰੂ ਠੇਡਾ ਮਾਰ ਕੇ ਲੱਤ ਮਾਰ ਕੇ ਪੁੱਛ ਲੈ ਕਿਹੜਾ ਓਏ ਮੇਰੇ ਦਰਵਾਜ਼ੇ ਮੂਹਰੇ ਪਿਆ ਲੰਮਾ। ਐਨੇ ਵਿੱਚ ਹੀ ਮੇਰਾ ਬੇੜਾ ਪਾਰ ਆ। ਤਾਂ ਤੇ ਉਸ ਬਜ਼ੁਰਗ ਨੇ ਉਹ ਬਿਰਧ ਬ੍ਰਾਹਮਣ ਨੂੰ ਮੋਢੇ ਚੱਕ ਲਿਆ। ਬਾਣੀ ਪੜ੍ਹਦਾ ਉਸੇ ਤਰ੍ਹਾਂ ਹੀ ਚੱਕ ਕੇ ਹੌਲੀ ਹੌਲੀ ਜਾ ਰਿਹਾ। ਲੜਕੀ ਮਗਰ ਜਾ ਰਹੀ ਹੈ। ਹਰਕੀਆਂ ਪੌੜੀਆਂ ਤੇ ਇਸ਼ਨਾਨ ਕਰਵਾਇਆ ਆਪ ਫੜ ਕੇ ਮਲ ਕੇ। ਬਸਤਰ ਪਵਾਏ। ਕਹਿਣ ਲੱਗੇ ਲੈ ਬੇਟਾ ਹੁਣ ਕਿੱਥੇ ਛੱਡਾਂ। ਕਹਿਣ ਲੱਗੀ ਬਾਬਾ ਜੀ ਬਸ ਇੰਨਾ ਹੀ ਤੁਹਾਡਾ ਆਸਾਨ ਪਰਉਪਕਾਰ ਨਹੀਂ ਭੁੱਲ ਸਕਦੀ ਜੋ ਅੱਜ ਮੇਰੇ ਪੁੱਤ ਦਾ ਇਸ਼ਨਾਨ ਕਰਾਤਾ। ਸਵੇਰ ਦੇ ਟੋਲਿਆਂ ਦੇ ਟੋਲੇ ਇੱਥੋਂ ਹੀ ਲੰਘੇ ਹਨ। ਸੈਂਕੜਿਆਂ ਦੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਰਾਹ ਭਰਿਆ ਸੀ ਪਰ ਕਿਸੇ ਨੇ ਹੌਸਲਾ ਨਹੀਂ ਕੀਤਾ। ਉਸ ਮਾਤਾ ਨੇ ਬਜ਼ੁਰਗ ਦੇ ਪੈਰਾਂ ਤੇ ਮੱਥਾ ਟੇਕਿਆ ਨਾ। ਕਹਿਣ ਲੱਗੇ ਨਾ ਬੇਟਾ ਤੂੰ ਸਾਡੀ ਬੱਚੀ ਆ। ਇਹ ਬਜ਼ੁਰਗ ਆ। ਸਾਡਾ ਫਰਜ਼ ਹੈ ਪਰਉਪਕਾਰ ਕਰਨਾ। ਇੱਕ ਬਿਛੂ ਜਿਹਨੂੰ ਠੂਹਾਂ ਕਹਿੰਦੇ ਹਨ ਬੜਾ ਜ਼ਹਿਰੀਲਾ ਜਾਨਵਰ ਹੈ। ਜੇ ਲੜ ਜੇ ਨਾ ਆਦਮੀ ਤੜਫਦਾ ਹੈ ਕੰਧਾਂ ਟੱਕਰਾਂ ਮਾਰਦਾ ਹੈ ਰੁੜਿਆ ਜਾਂਦਾ। ਮਹਾਤਮਾ ਕੱਢਦੇ ਹਨ ਹੱਥ ਪਾ ਕੇ ਡੰਗ ਮਾਰਦਾ ਫੇਰ ਛੱਡ ਦਿੰਦੇ। ਫੇਰ ਕੱਢਣਾ ਚਾਹੁੰਦੇ ਹਨ ਵੀ ਵੱਜ ਜਾਵੇ ਬਾਹਰ ਕੱਢਦੀ ਇਹ ਡੰਗ ਮਾਰਦਾ ਛੱਡ ਦਿੰਦੇ। ਨੀਲਾ ਹੱਥ ਕਰਤਾ। ਇਹ ਕਹਿੰਦਾ ਬਾਬਾ ਜੀ ਤੁਸੀਂ ਬੜੇ ਮੂਰਖ ਹੋ। ਇਹਨੂੰ ਤੁਸੀਂ ਬਾਰ-ਬਾਰ ਕੱਢਣਾ ਚਾਹੁੰਦੇ ਡੰਗ ਮਾਰਨੋਂ ਹਟਦਾ ਨਹੀਂ। ਹੱਥ ਤੁਹਾਡਾ ਨੀਲਾ ਹੋ ਗਿਆ ਜ਼ਹਿਰ ਦੇ ਨਾਲ ਤੇ ਤੁਸੀਂ ਇਹ ਤੋਂ ਲੈਣਾ ਕੀ ਕੱਢ ਕੇ ਰੁੜਨ ਦਿਓ ਸਾਲੇ ਨੂੰ। ਉਹ ਕਹਿਣ ਲੱਗੇ ਪ੍ਰੇਮੀਆਂ ਜਦ ਇਹ ਆਪਣਾ ਸੁਭਾਅ ਨਹੀਂ ਬਦਲਦਾ ਡੰਗ ਮਾਰਨ ਤੋਂ ਤੇ ਅਸੀਂ ਆਪਣਾ ਸੁਭਾਅ ਪਰਉਪਕਾਰ ਕਰਨ ਤੋਂ ਕਿਉਂ ਛੱਡੀਏ। ਇੱਕ ਜਾਨਵਰ ਹੈ ਬੇਸਮਝ ਹੈ। ਇਹਨੂੰ ਪਤਾ ਨਹੀਂ ਆਪਣਾ ਸੁਭਾਅ ਨਹੀਂ ਛੱਡਦਾ ਡੰਗ ਮਾਰਦਾ ਮੈਨੂੰ ਬਾਹਰ ਕੱਢਦਾ। ਇਹਨੂੰ ਇਹ ਗਿਆਨ ਨਹੀਂ। ਜਦ ਇਹਨੂੰ ਇਹ ਸਮਝ ਨਹੀਂ ਆਪਣਾ ਸੁਭਾਅ ਨਹੀਂ ਛੱਡਦਾ। ਅਸੀਂ ਪਰਉਪਕਾਰ ਵਾਲਾ ਸੁਭਾਅ ਨਹੀਂ ਛੱਡਦੇ। ਭਾਵੇਂ ਸਾਡੇ ਡੰਗ ਮਾਰੀ ਜਾਵੇ ਇਸਨੂੰ ਬਾਹਰ ਕੱਢ ਕੇ ਹੀ ਛੱਡਾਂਗੇ। ਤਾਂ ਤੇ ਆਓ ਇਹ ਗੁਰੂ ਦੇ ਪਿਆਰਿਆਂ ਨੂੰ ਹੀ ਸਮਤ ਪ੍ਰਾਪਤ ਹੁੰਦੀ ਆ। ਸੰਗਤ ਦਾ ਭਲਾ ਮੰਗਣਾ ਸਾਰੀ ਦੁਨੀਆ ਦਾ ਭਲਾ ਮੰਗਣਾ। ਕਿਸੇ ਦਾ ਬੁਰਾ ਨਾ ਮੰਗਣਾ ਕਿਸੇ ਦਾ ਬੁਰਾ ਨਹੀਂ ਚਾਹਣਾ। ਬਾਜੇ ਲੋਕ ਤਾਂ ਕਹਿੰਦੇ ਗੁਆਂਢੀ ਦੀ ਕੋਠੀ ਢਹਿ ਜਾਵੇ ਜਾਂ ਉਜੜ ਜਾਣ ਤਾਂ ਸਾਡੇ ਕਬਜ਼ੇ 'ਚ ਆ ਜਾਵੇ। ਦੂਜੇ ਦਾ ਬੁਰਾ ਹੀ ਸੋਚਦੇ ਰਹਿੰਦੇ ਹਨ ਪਰ ਉਹਨਾਂ ਦਾ ਮਨ ਸਾਫ਼ ਕਿੱਥੇ ਹੋ ਜੂ। ਕੋਈ ਗੁਰਮੁਖ ਵਿਰਲਾ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਮੰਗਦਾ ਹੈ। ਹੋਏ ਭਲਾ ਜੀ ਤੇਰੇ ਪਾਣੇ ਸਰਬੱਤ ਦਾ
ਦਾ ਦਰ ਹੈ, ਜਿੱਥੇ ਦੋਨੋਂ ਟਾਈਮ ਸਿੱਖ ਸੁਬਾਹ ਸ਼ਾਮ ਅਰਦਾਸ ਕਰਦਾ ਹੈ। ਸਾਰੀ ਦੁਨੀਆ ਦੇ ਨਾਲ ਸਿੱਖ ਜੁੜਦਾ ਹੈ, ਸਾਰੀ ਦੁਨੀਆ ਦੇ ਨਾਲ। ਕੋਈ ਆਪਣੇ ਪਰਿਵਾਰ ਦਾ ਭਲਾ ਮੰਗਦਾ, ਕੋਈ ਆਪਣੀ ਕੌਮ ਦਾ ਭਲਾ ਮੰਗਦਾ ਹੈ, ਕੋਈ ਸੰਬੰਧੀਆਂ ਦਾ ਭਲਾ ਮੰਗਦਾ ਹੈ, ਕੋਈ ਮਾਲ ਡੰਗਰ ਦਾ ਭਲਾ ਮੰਗਦਾ ਹੈ, ਕੋਈ ਕਿਸੇ ਚੀਜ਼ ਦਾ ਭਲਾ ਮੰਗਦਾ ਹੈ। ਪਰ ਇਹ ਗੁਰੂ ਨਾਨਕ ਦਾ ਦਰ ਹੈ ਜਿਹੜਾ ਸਾਰੀ ਦੁਨੀਆ ਦੇ ਨਾਲ ਜੋੜਦਾ ਹੈ। ਸਰਬੱਤ ਦੇ ਵਿੱਚ ਸਾਰੀ ਦੁਨੀਆ ਆ ਜਾਂਦੀ ਹੈ ਵਰਡਵਾਰ, ਕੋਈ ਵਾਰ ਨਹੀਂ ਰਹਿ ਜਾਂਦਾ। ਚਾਹੇ ਅਮਰੀਕਾ, ਅਫਰੀਕਾ, ਅਰਬ ਦੇਸ਼ ਸਾਰੇ ਹੀ ਆ ਗਏ। ਹਿੰਦੁਸਤਾਨ ਜਿੰਨੇ ਦੇਸ਼ ਆ ਸਾਰੇ ਸਰਬੱਤ ਦੇ ਭਲੇ ਵਿੱਚ ਆ ਜਾਂਦੇ ਹਨ। ਤਾਂ ਤੇ ਸਾਡਾ ਬਾਬਾ ਨਾਨਕ ਤਾਂ ਸਾਨੂੰ ਸਾਰੀ ਦੁਨੀਆ ਨਾਲ ਜੋੜਦਾ ਹੈ, ਇੱਕ ਨਾਲ ਨਹੀਂ ਜੋੜਦਾ, ਆਪਣੇ ਪਰਿਵਾਰ ਨਾਲ ਨਹੀਂ, ਕਿਸੇ ਦਾ ਬੁਰਾ ਨਹੀਂ, ਸਰਬੱਤ ਦਾ ਭਲਾ ਮੰਗਦਾ ਹੈ। ਆਪਣੀ ਕਰਨੀ ਦਾ ਫਲ ਪਾਉਣਾ ਹੈ। ਜੇ ਕੋਈ ਪਾਪ ਕਰਦਾ ਉਹਦਾ ਫਲ ਉਹਨੂੰ ਭੋਗਣਾ ਪੈਣਾ ਹੈ, ਜੇ ਕੋਈ ਪੁੰਨ ਦਾਨ ਕਰਦਾ ਉਹਦਾ ਫਲ ਉਹਨੂੰ ਭੋਗਣਾ ਪੈਣਾ ਹੈ। ਹਾਂ, ਦਾਨ ਕਰਨਾ ਹੈ, ਖੇਤ ਪਛਾਣੇ ਬੀਜੇ ਦਾਨ। ਦਾਨ ਸੈਂਕੜੇ ਗੁਣਾ ਵੱਧਦਾ ਹੈ। ਇੱਕ ਖੂਹ ਦਾ ਪਾਣੀ ਜੇ ਨਿੰਮ ਨੂੰ ਪਾਈਏ ਕੌੜਾ ਹੋ ਜਾਂਦਾ, ਨਿੰਮ ਦੇ ਅਸਰ ਵਿੱਚ ਆ ਕੇ। ਨਿੰਮ ਦੀ ਸੰਗਤ ਕਰਕੇ ਉਹੀ ਪਾਣੀ ਜਾਂ ਦੇਖਣ ਨੂੰ ਕਮਾਦਮ ਲਾਈਏ ਤੇ ਉਹਦੇ ਵਿੱਚ ਰਸ ਮਿੱਠਾ ਗੁੜ ਬਣਦਾ, ਖੰਡ ਬਣਦੀ ਆ। ਅਧਿਕਾਰੀ ਦਾ ਫਲ ਹੈ ਦਾਨ, ਉੱਥੇ ਕੀਤਾ ਸਬਲਾ ਹੁੰਦਾ। ਜਿੱਥੇ ਦਾਨ ਲੱਗੇ ਬੀਜਿਆ ਜਾਵੇ, ਹਰਾ ਭਰਾ ਹੋਵੇ। ਕਲਰ ਖੇਤੀ ਬੋਈਏ ਫਲ ਨਾ ਫੁੱਲੇ ਤਾਹੀਂ। ਕਲਰ ਦੀ ਧਰਤੀ ਵਿੱਚ ਦਾਣੇ ਬੀਜ ਦਿਓ, ਜਿਹੜੀ ਛੋਰੇ ਵਾਲੀ ਧਰਤੀ, ਸੜੀ ਹੋਈ ਧਰਤੀ, ਉੱਥੇ ਕਦੇ ਦਾਣੇ ਹਰੇ ਨਹੀਂ ਹੁੰਦੇ, ਪਹਿਲੇ ਵੀ ਗਵਾ ਜਾਂਦੇ, ਨਾਸ ਹੋ ਜਾਂਦੇ ਆ। ਇਸੇ ਤਰ੍ਹਾਂ ਉਹ ਧਰਤੀ, ਪਵਿੱਤਰ ਧਰਤੀ, ਜਿੱਥੇ ਦਿਨ ਰਾਤ ਲੰਗਰ ਚੱਲਦੇ ਆ, ਪਰਉਪਕਾਰ ਹੁੰਦਾ ਹੈ, ਲੱਖਾਂ ਯਤੀਮ ਬਜ਼ੁਰਗਾਂ ਦੀ ਸੇਵਾ ਹੁੰਦੀ ਆ, ਸਕੂਲ, ਕਾਲਜ, ਹਸਪੀਟਲ ਚੱਲਦੇ ਹਨ, ਉੱਥੇ ਕੀਤਾ ਦਾਨ ਸਬਲਾ ਬਾਜਾਂ ਦੀਆਂ ਬੈਂਕਾਂ ਭਰੀਆਂ, ਕਰੋੜਾਂ ਰੁਪਈਏ ਸਭਨ ਦੇ। ਬਾਹਰਲੀਆਂ ਬੈਂਕਾਂ ਭਰੀਆਂ ਨਾਲੇ ਮਰ ਜਾਣਾ ਹੈ। ਸਾਡੇ ਇੱਕ ਸੰਤ ਮਹਾਤਮਾ ਸੀ, ਮਸਤੂ ਵਾਲੇ ਸੰਤਾਂ ਦਾ ਚੇਲਾ। 5 ਲੱਖ ਰੁਪਈਆ ਉਹਦਾ ਹਾਂਗਕਾਂਗ ਦੇ ਜਮ੍ਹਾਂ ਸੀ ਬੈਂਕ 'ਚ। ਮਰ ਤੋਂ ਬਾਅਦ ਉੱਥੇ ਹੀ ਰਹਿ ਗਿਆ। ਸਾਡੀ ਇੰਡੀਆ ਦੀ ਗੌਰਮੈਂਟ ਕਹੇ ਸਾਨੂੰ ਮਿਲਣਾ ਚਾਹੀਦਾ, ਉਹ ਮਸਤੂ ਵਾਲੇ ਮਹਾਤਮਾ ਦੇ ਸੇਵਕ ਕਹਿਣ ਸਾਡੇ ਸੰਤਾਂ ਸੇਵਕ ਸਾਨੂੰ ਮਿਲਣਾ ਚਾਹੀਦਾ। ਪਰ ਉੱਥੇ ਦੀ ਗੌਰਮੈਂਟ ਇੰਨਾ ਹੁੰਦਾ ਕਹਿੰਦੇ ਇਹਦਾ ਕੋਈ ਇਹਦਾ ਵਾਰਸ ਹੀ ਨਹੀਂ ਲਿਖਾਇਆ ਹੋਇਆ, ਦਈਏ ਅਸੀਂ ਕਿਹਨੂੰ। 5 ਲੱਖ ਰੁਪਈਆ ਹਾਂਗਕਾਂਗ ਦੀ ਬੈਂਕ ਵਿੱਚ ਰਹੇਗਾ, ਇਹ 5 ਕਰੋੜ ਵਰਗਾ। ਅੱਜ ਕਰੋੜਾਂ ਰੁਪਈਏ ਸੰਤ ਇਕੱਠੇ ਕਰ ਬੈਂਕਾਂ ਭਰ ਰਹੇ ਆ। ਪਰ ਪਰਉਪਕਾਰ ਕਰਨੇ, ਸਕੂਲ, ਕਾਲਜ, ਹਸਪੀਟਲ ਬਣਾਉਣੇ ਤਾਂ ਕੋਈ ਵਿਰਲੇ ਮਹਾਂਪੁਰਖ ਹਨ। ਕਬੀਰ ਆਈ ਮੁਝੇ ਪੈ ਅੰਗ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਹੁਣ ਕੀਨੋ ਦੇਸ। ਮਾਇਆ ਠਗਣੀ ਆ। ਕਬੀਰ ਜੀ ਕਹਿੰਦੇ ਮੈਂ 12 ਵਾਰਡ ਵਿੱਚ ਲਾ ਦਿੰਦੇ, 12 ਰਸਤੇ ਸਾਧੂਆਂ ਦੀ ਸੇਵਾ ਦੇ ਵਿੱਚ, ਪਰਉਪਕਾਰ ਦੇ ਵਿੱਚ ਲਾ ਕੇ ਸਫਲ ਕਰਦੇ, ਜਮ੍ਹਾਂ ਨਹੀਂ ਕਰੀ ਬੈਂਕ ਦੇ ਵਿੱਚ ਨਹੀਂ। ਗਰੀਬਾਂ ਦਾ ਮੂੰਹ ਹੀ ਬੈਂਕ ਆ। ਬੈਂਕ ਦੇ ਨਾਲੋਂ ਜੇ ਮਾਇਆ ਦਾਨ ਕੀਤੀ ਜਾਵੇ ਸੈਂਕੜੇ ਗੁਣਾ ਵੱਧਦੀ ਆ।
ਇੱਕ ਦਾਣਾ ਧਰਤੀ ਵਿੱਚ ਬੀਜਦੇ ਆ, ਕਣਕ ਦੀਆਂ ਬੱਲੀਆਂ ਛਿੱਟਿਆਂ ਨੂੰ 70-72 ਦਾਣੇ ਲੱਗਦੇ ਆ। ਚੰਗੀ ਜਗ੍ਹਾ ਤੇ ਕੀਤਾ ਦਾਨ, ਦੇ ਦੁਨੀਆ 70-72 ਆਖਰ। ਇੱਥੇ ਦਾਨ ਕਰਕੇ ਮੰਗੋਗੇ 10 ਗੁਣਾ, ਜੇ ਅੱਗੇ ਮੰਗੋਗੇ ਪਰਲੋਕ ਦੇ ਵਿੱਚ 72 ਗੁਣਾ ਮਿਲਦਾ ਸਣੇ ਵਿਆਜ। ਤਾਂ ਤੇ ਦਾਨ ਚੰਗੀ ਜਗ੍ਹਾ ਕਰਨਾ ਜਿੱਥੇ ਲੱਗੇ। ਦਾਨ ਮਾੜਾ ਨਹੀਂ, ਪਰ ਸਕਾਮ ਨਹੀਂ ਕਰਨਾ, ਇੱਛਾ ਲੈ ਕੇ ਨਹੀਂ ਕਰਨਾ, ਨਿਸ਼ਕਾਮ ਕਰਨਾ। ਇੱਕੋ ਹੀ ਮਾਇਆ ਨਰਕ ਨੂੰ ਲੈ ਜਾਂਦੀ ਆ। ਜਦ ਅਸੀਂ ਬੋਤਲਾਂ ਤੇ ਜਾਨਵਰਾਂ ਦੇ ਗਲ ਵੜਦੇ ਹਾਂ, ਉਹ ਪਾਪ ਬਣ ਜਾਣਾ। ਜਦ ਉਸੇ ਮਾਇਆ ਦੇ ਨਾਲ ਅਸੀਂ ਗਰੀਬਾਂ ਦੀ ਸੇਵਾ, ਲੰਗਰ ਚਲਾਉਂਦੇ ਹਾਂ, ਕੋਈ ਪਰਉਪਕਾਰ ਦਾ ਕੰਮ ਕਰਦੇ ਹਾਂ, ਉਹ ਮਾਇਆ ਸਾਡੀ ਅੰਮ੍ਰਿਤ ਬਣ ਜਾਣੀ, ਉਹ ਬਕੁੰਠਾਂ ਲੈ ਜੂ, ਮੁਕਤ ਕਰ ਦੂਗੀ। ਮਾਇਆ ਇੱਕੋ ਹੀ ਆ, ਖਾਣ ਦਾ ਭੇਦ ਹੈ। ਸੰਖਿਆ ਜ਼ਹਿਰ ਹੈ, ਪਾਰਾ ਜ਼ਹਿਰ ਹੈ। ਪਰ ਜਾਦੇ ਮਾਰਿਆ ਜਾਵੇ ਅੰਮ੍ਰਿਤ ਦਾ ਕੰਮ ਦਿੰਦਾ। ਜੇ ਕੱਚਾ ਰਹਿ ਜਾਏ, ਕੱਚਾ ਖਾ ਲਈਏ ਤਾਂ ਜ਼ਹਿਰ ਬਣ ਜਾਂਦਾ। ਇਸੇ ਤਰ੍ਹਾਂ ਮਾਇਆ ਸੰਖਿਆ ਕਾਲਾ ਨਾਗ ਵੀ ਮੰਨਿਆ ਹੈ, ਪਰ ਸਪੇਲੇ ਗਲ ਵਿੱਚ ਪਾਈ ਫਿਰਦੇ ਆ। ਦੰਦ ਕੱਢ ਦਿੰਦੇ ਦੇ ਤੇ ਛਾਲਾ ਭੰਨ ਦਿੰਦੇ ਆ, ਗਲਾਂ ਵਿੱਚ ਪਾਈ ਫਿਰਦੇ ਕਾਲੇ ਬੜੇ ਬੜੇ ਨਾਗ। ਇਸੇ ਤਰ੍ਹਾਂ ਮਹਾਤਮਾ ਮਾਇਆ ਵਿੱਚ ਚਾਹੇ ਗਲ ਗਲ ਗੱਡੇ ਹੋਣ, ਪਰ ਐ ਸਮਝਦੇ ਮਿੱਟੀ ਦਾ ਢੇਰ ਆ। ਤਨ ਹੈ ਤਨ ਹੈ ਤਨ ਹੈ ਜੀ, ਗੁਰੂ ਨਾਨਕ ਸਾਹਿਬ ਤਨ ਜੀ ਤਨ